ਇੱਕ ਰਿਵਾਜ ਜਿਹਾ ਹੀ ਬਣ ਗਿਆ ਜਿਹਨੂੰ ਲੋੜ ਪੈਂਦੀ ਉਹ ਆ ਕੇ ਧਰਨੇ ਤੇ ਬਹਿ ਜਾਂਦਾ ਹੈ। ਭਗਵੰਤ ਸਿੰਘ ਮਾਨ ਹੋਣਾ ਨੇ ਜਿਹੜਾ ਬਿਆਨ ਦਿੱਤਾ ਹੈ ਇਹ ਬਹੁਤ ਮੰਦਭਾਗਾ ਹੈ। ਭਗਵੰਤ ਮਾਨ ਕਹਿੰਦੇ ਨੇ ਨੋਟੀਫਿਕੇਸ਼ਨ ਨੂੰ ਟਾਈਮ ਲੱਗੇਗਾ। ਸੀਐਮ ਸਾਹਿਬ ਦਾ ਇਹ ਆਪ ਉਹਨਾਂ ਦਾ ਐਗਰੈਸ਼ਨ ਦੇ ਵਿੱਚ ਜਵਾਬ ਸੀ 5 ਨਵੰਬਰ ਮਤਲਬ 5 ਨਵੰਬਰ। ਹੁਣ 5 ਨਵੰਬਰ ਤੋਂ ਪਹਿਲਾਂ ਨੋਟੀਫਿਕੇਸ਼ਨ ਨਹੀਂ ਜਾਰੀ ਹੁੰਦਾ। ਤੇਰੇ ਵਾਅਦਾ ਖਿਲਾਫੀ ਦਾ ਜਿਹੜਾ ਅਸੀਂ ਰੋਣਾ, ਅਸੀਂ ਜਿਹੜਾ ਆਪਣੀਆਂ ਮਜਬੂਰੀਆਂ ਕਿਹਨੂੰ ਦਸੀਏ। ਹੁਣ ਜੇਕਰ ਸਰਕਾਰ ਮੁੱਕਰਦੀ ਹੈ ਤੇ ਸਾਨੂੰ ਦੱਸੋ, ਸਾਨੂੰ ਧਰਨਾ ਪ੍ਰਦਰਸ਼ਨ ਤੋਂ ਸਿਵਾਏ ਹੋਰ ਢੰਗ ਤਰੀਕਾ ਹੈ ਕੀ? ਸਰਕਾਰ ਵੀ ਝੁਕਣ ਦੇ ਰੌਹ ਦੇ ਵਿੱਚ ਹੈ ਨਹੀਂ ਤੇ ਖੱਜਲ ਖੁਆਰੀ ਆਮ ਲੋਕਾਂ ਦੀ ਹੁੰਦੀ ਰਹੀ। ਧਰਨਿਆਂ ਚੋਂ ਨਿਕਲੀ ਹੋਈ ਪਾਰਟੀ ਜਿਹੜੀ ਹੈ ਅੱਜ ਧਰਨਿਆਂ ਤੇ ਉਂਗਲ ਚੁੱਕ ਰਹੀ ਹੈ। ਸੋ ਸਾਹਿਬ, ਤੁਸੀਂ ਕਿਸਾਨਾਂ ਦੇ ਧਰਨੇ ਦੇ ਹੱਕ ਦੇ ਵਿੱਚੋਂ? ਧਰਨਿਆਂ ਦੇ ਹੱਕ 'ਚ ਨਾ ਹੱਕ 'ਚ ਹੋਣਾ ਆ ਇੱਕ ਵੱਡਾ ਸਵਾਲ ਹੈ, ਲੇਕਿਨ ਉਹਨਾਂ ਦੀ ਮੰਗਾਂ ਦੇ ਹੱਕ 'ਚ ਹੈਗੇ ਆ। ਸੋ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਖਾਸ ਮਹਿਮਾਨ ਜੁੜੇ ਹੋਏ ਨੇ। ਸਾਡੇ ਨਾਲ ਮੌਜੂਦ ਨੇ ਅਮਰਜੀਤ ਸਿੰਘ ਰੜਾ, ਸੂਬਾ ਪ੍ਰਧਾਨ ਨੇ BKU ਆਜ਼ਾਦ ਦੇ, ਪ੍ਰਦੀਪ ਸਿੰਘ ਪਲਾਹਾ ਸਾਹਿਬ ਵਪਾਰੀ ਵਰਗ ਦੇ ਨਾਲ ਜੁੜੇ ਹੋਏ ਨੇ, ਕਮਲਜੀਤ ਸਿੰਘ ਸੋਈ ਕੌਮੀ ਬੁਲਾਰ ਨੇ ਪੰਜਾਬ BJP ਦੇ, ਔਰ ਇਸ ਦੇ ਨਾਲ ਹੀ ਚਰਨਜੀਤ ਸਿੰਘ ਬਰਾੜ ਸਾਹਿਬ ਬੁਲਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ। ਬਹੁਤ ਬਹੁਤ ਸਵਾਗਤ ਹੈ ਸਾਰੇ ਮਹਿਮਾਨਾਂ ਦਾ। ਆਮ ਆਦਮੀ ਪਾਰਟੀ ਦੀ ਬੜੀ ਕੋਸ਼ਿਸ਼ ਕੀਤੀ ਕਿ ਕੋਈ ਬੁਲਾਰਾ ਆਵੇ, ਆਪਣਾ ਪੱਖ ਰੱਖੇ ਕਿ ਭਗਵੰਤ ਮਾਨ ਸਿੰਘ ਹੋਰਾਂ ਨੇ ਇਹ ਜਿਹੜਾ ਬਿਆਨ ਦਿੱਤਾ ਹੈ ਕਿ ਕਿਸਾਨ ਜਥੇਬੰਦੀਆਂ ਫੰਡ ਇਕੱਠੇ ਕਰਨ ਦੇ ਲਈ ਧਰਨੇ ਲਾਉਂਦੀਆਂ ਨੇ, ਇਹ ਉਹਨਾਂ ਨੇ ਕਿਸ ਬਿਹਾਫ ਤੇ ਕਿਹਾ? ਕਿਉਂਕਿ ਕਿਸਾਨ ਜਥੇਬੰਦੀਆਂ ਤਾਂ ਓਪਨ ਚੈਲੰਜ ਕਰ ਰਹੀਆਂ ਨੇ ਕਿ ਤੁਸੀਂ ਜਾਂਚ ਕਰਾ ਲਓ। ਜ਼ਰੂਰੀ ਹੈ। ਸਭ ਤੋਂ ਪਹਿਲਾ ਸਵਾਲ ਅਮਰਜੀਤ ਸਿੰਘ ਰਾੜਾ ਸਾਹਿਬ ਤੋਂ ਲੈ ਲੈਣੇ, ਸੂਬਾ ਪ੍ਰਧਾਨ ਨੇ BKU ਆਜ਼ਾਦ ਦੇ। ਰਾੜਾ ਸਾਹਿਬ, ਤਿੱਖੀ ਸ਼ਬਦਾਵਲੀ ਅੱਜ ਭਗਵੰਤ ਸਿੰਘ ਮਾਨ ਹੋਰਾਂ ਨੇ ਯੂਜ਼ ਕੀਤੀ ਹੈ, ਮੁੱਖ ਮੰਤਰੀ ਪੰਜਾਬ ਨੇ। ਉਹਨਾਂ ਨੇ ਕਿਹਾ ਕਿ ਇੱਕ ਰਿਵਾਜ ਜਿਹਾ ਹੀ ਬਣ ਗਿਆ, ਜਿਹਨੂੰ ਲੋੜ ਪੈਂਦੀ ਉਹ ਆ ਕੇ ਧਰਨੇ ਤੇ ਬਹਿ ਜਾਂਦਾ ਹੈ, ਜਿਹਨੂੰ ਲੋੜ ਪੈਂਦੀ ਆ ਆ ਕੇ ਉਹ ਰੋਸ ਮੁਜ਼ਾਹਰੇ ਕਰਨ ਲੱਗ ਜਾਂਦਾ ਹੈ। ਔਰ ਉਸ ਤੋਂ ਵੀ ਵੱਡਾ ਐਲੀਗੇਸ਼ਨ ਲਾਇਆ ਕਿ ਤੁਹਾਨੂੰ ਫੰਡ ਇਕੱਠਾ ਕਰਨ ਦੀ ਆਦਤ ਪੈ ਗਈ ਹੈ, ਫੰਡ ਇਕੱਠਾ ਕਰਨ ਲਈ ਤੁਸੀਂ ਆਉਂਦੇ ਹੋ ਸੜਕਾਂ ਤੇ। ਹਰਪ੍ਰੀਤ ਜੀ ਦੇਖੋ, ਭਗਵੰਤ ਸਿੰਘ ਮਾਨ ਹੋਣਾ ਨੇ ਜਿਹੜਾ ਬਿਆਨ ਦਿੱਤਾ ਹੈ ਇਹ ਬਹੁਤ ਮੰਦਭਾਗਾ ਹੈ। ਔਰ CM ਪੰਜਾਬ ਦਾ ਇਹ ਬਿਆਨ ਜਿਹੜਾ ਖੁਦ ਮੀਟਿੰਗ ਕਰਕੇ 3 ਵਾਰ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ ਔਰ 3 ਵਾਰ ਸਾਰੀਆਂ ਮੰਗਾਂ ਮੰਨਣ ਦਾ ਵਾਅਦਾ ਕੀਤਾ, ਤੇ ਅੱਜ ਜਦੋਂ ਇਹ ਵਾਅਦਾ ਖਿਲਾਫੀ ਦੇ ਖਿਲਾਫ ਜਿਹੜੇ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਕਿਸਾਨ ਜਿਹੜੇ ਆ ਮਜਬੂਰਨ, ਇਹ ਕੋਈ ਚਾਹ ਨਹੀਂ ਹੈ ਸੜਕਾਂ ਤੇ ਬੈਠਣ ਦਾ, ਇਹ ਮਜਬੂਰਨ ਸੜਕਾਂ ਤੇ ਬੈਠੇ ਆ। ਪਰ ਹੁਣ ਭਗਵੰਤ ਸਿੰਘ ਮਾਨ ਹੋਣਾ ਦਾ ਬਿਆਨ ਆਉਂਦਾ ਹੈ ਕਿ ਪੈਸਾ ਇਕੱਠਾ ਕਰਨ ਵਾਸਤੇ, ਤੇ ਜੇ ਇਹ ਜਵਾਬ ਦੇ ਦੇਣ ਕਿ ਜਦੋਂ ਤੁਹਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਿੱਲੀ ਜੰਤਰ ਮੰਤਰ ਤੇ ਧਰਨੇ ਮੁਜ਼ਾਹਰੇ ਕਰਦੇ ਸੀ ਉਦੋਂ ਤੁਸੀਂ ਫੰਡ ਕਿੰਨਾ ਇਕੱਠਾ ਕੀਤਾ? ਜਦੋਂ ਤੁਸੀਂ ਇਹਨਾਂ ਧਰਨਿਆਂ ਮੁਜ਼ਾਹਰਿਆਂ ਦੀ ਸਪੋਰਟ ਦੇ ਵਿੱਚ ਜਦੋਂ ਦਿੱਲੀ ਧਰਨੇ ਲੱਗਦੇ ਸੀ, ਆ ਸੱਤਾ ਹਾਸਲ ਕਰਨ ਵਾਸਤੇ ਤੁਸੀਂ ਇਹਨਾਂ ਜਥੇਬੰਦੀਆਂ ਦਾ ਸਾਥ ਦਿੰਦੇ ਸੀ, ਤੁਸੀਂ ਇਹਨਾਂ ਜਿਹੜਾ ਫੰਡ ਕਿੰਨਾ ਇਕੱਠਾ ਕੀਤਾ? ਇਹਨਾਂ ਗੱਲਾਂ ਨੂੰ ਭਗਵੰਤ ਸਿੰਘ ਮਾਨ ਇਸ ਗੱਲ ਦਾ ਜਵਾਬ ਇਹ ਦੇਣ। ਜੇਕਰ ਅੱਜ ਸੰਘਰਸ਼ ਕਰਨ ਵਾਲੇ ਲੋਕਾਂ ਨੂੰ ਇਸ ਦੇਸ਼ ਦਾ CM ਜਿਹੜਾ ਵਾਅਦਾ ਕਰਕੇ CM ਬਣਦਾ ਹੈ ਕਿ ਅਸੀਂ ਪੰਜਾਬ ਦੇ ਵਿੱਚ ਧਰਨੇ ਲੱਗਣ ਤੋਂ ਪਹਿਲਾਂ ਸਾਰੇ ਮਸਲੇ ਹੱਲ ਕਰ ਦਿਆਂਗੇ, ਅਸੀਂ 3 ਵਾਰ ਮੀਟਿੰਗਾਂ ਕਰਕੇ ਫਿਰ ਵੀ ਸਾਨੂੰ ਧਰਨਾ ਲਾਉਣ ਲਈ ਮਜਬੂਰ ਹੋਣਾ ਪੈਂਦਾ, ਇਹਦਾ ਮਤਲਬ ਕਿ ਇਸ ਸਰਕਾਰ ਦੀ ਕ੍ਰੈਡੀਬਿਲਿਟੀ, ਇਸ ਸਰਕਾਰ ਦੇ ਕੰਮ ਕਰਨ ਦੇ ਢੰਗ ਜਿਹੜੇ ਆ ਉਹ ਪੁਖਤਾ ਨਹੀਂ ਹੈ। ਮਜਬੂਰਨ ਇਸ ਪੰਜਾਬ ਦੇ ਕਿਸਾਨਾਂ ਨੂੰ ਇਹਨਾਂ ਦੀਆਂ ਵਾਅਦਾ ਖਿਲਾਫੀਆਂ ਜਿਹੜੀਆਂ ਉਹਨਾਂ ਦੇ ਖਿਲਾਫ ਸੜਕਾਂ ਤੇ ਉਤਰਨਾ ਪੈਂਦਾ। ਅਮਰਜੀਤ ਸਿੰਘ ਜੀ, ਜਿਹੜੇ ਆਮ ਲੋਕ ਖੱਜਲ ਖੁਆਰ ਹੋ ਰਹੇ ਨੇ ਉਹਨਾਂ ਦਾ ਕੀ ਬਣੇਗਾ? ਕਿਉਂਕਿ ਜੇ ਤਾਂ ਤੁਹਾਡੀ ਇਕਜੁੱਟਤਾ, ਜੇ ਸੰਯੁਕਤ ਕਿਸਾਨ ਮੋਰਚੇ ਦੀ ਇਕਜੁੱਟਤਾ ਹੋਵੇ, ਤੁਸੀਂ ਇੱਕ ਬੰਦ ਦੀ ਕਾਲ ਦਿੱਤੀ ਹੋਵੇ ਤਾਂ ਠੀਕ ਹੈ। ਹੁਣ ਤੁਸੀਂ ਅੱਜ ਬੰਦ ਦੀ ਕਾਲ ਤੁਸੀਂ ਦਿੱਤੀ, ਕੱਲ ਨੂੰ ਦੁਆਬੇ ਵਾਲੇ ਦੇਣਗੇ, ਪਰਸੋਂ ਨੂੰ ਮਾਝੇ ਵਾਲੇ, ਕੋਈ ਸਿਆਸੀ ਕੋਈ ਗੈਰ ਸਿਆਸੀ, ਇਦਾਂ ਤਾਂ ਫਿਰ ਸਾਰਾ ਸਾਲ ਲੋਕ ਧਰਨਿਆਂ ਤੇ ਹੀ ਰਹਿਣਗੇ ਤੇ ਲੋਕ ਖੱਜਲ ਖੁਆਰ ਹੁੰਦੇ ਰਹਿਣਗੇ। ਜੀ ਬਿਲਕੁਲ, ਇਸ ਗੱਲ ਨੂੰ ਠੀਕ ਹੈ ਤੁਹਾਡੀ ਗੱਲ ਕਹਿਣ ਤੇ ਕਿ ਇੱਕ ਵਾਰੀ ਇਹ ਕਾਲ ਦਿੱਤੀ ਜਾਣੀ ਚਾਹੀਦੀ ਹੈ, ਪਰ ਜਿਸ ਦਿਨ ਅਸੀਂ 6 ਤਰੀਕ ਨੂੰ ਸਾਂਝੀਆਂ ਮੀਟਿੰਗਾਂ ਕੀਤੀਆਂ, ਉਸ ਦਿਨ ਦੋਨੇ ਧਿਰਾਂ ਨੇ ਭਗਵੰਤ ਸਿੰਘ ਮਾਨ ਹੋਣਾ ਨਾਲ ਸਾਂਝੀ ਮੀਟਿੰਗ ਕੀਤੀ ਸੀ। ਇਹ ਜਿਹੜੀ ਗੈਰ ਰਾਜਨੀਤਿਕ ਦੀ ਪਹਿਲਾਂ ਹੁੰਦੀ ਹੈ, ਜਿਹੜੀ ਦੂਸਰੀ ਧਿਰ ਹੈ ਉਹ ਉਹਨਾਂ ਦੀ ਬਾਅਦ 'ਚ ਹੁੰਦੀ ਹੈ। ਕੀ ਇਸ ਤਰ੍ਹਾਂ ਦਾ ਕੋਈ ਵਾਅਦਾ ਹੈ ਜਿਹੜਾ ਇਸ ਸਰਕਾਰ ਨੇ ਮੰਨ ਲਿਆ ਹੋਵੇ? ਪਰਾਲੀ ਦੇ ਮੁੱਦੇ ਤੇ ਸਰਕਾਰ ਭੱਜੀ ਹੈ, ਜਿਹੜਾ ਚਾਈਨੀ ਵਾਇਰਸ ਸਰਕਾਰ ਤਾਂ ਅੱਜ ਕਹਿ ਰਹੀ ਹੈ ਕਿ ਟਾਈਮ ਲੱਗਦਾ ਨੋਟੀਫਿਕੇਸ਼ਨ ਚਲਾਉਣ ਦਾ 5 ਨਵੰਬਰ ਦਾ ਚਾਹੀਦਾ। ਭਗਵੰਤ ਮਾਨ ਕਹਿੰਦੇ ਨੇ ਨੋਟੀਫਿਕੇਸ਼ਨ ਨੂੰ ਟਾਈਮ ਲੱਗੇਗਾ। ਦੇਖੋ ਮੇਰੀ ਇੱਕ ਬੇਨਤੀ ਹੈ, 5 ਨਵੰਬਰ ਦਾ ਵਾਅਦਾ ਕਰਦੀ ਹੈ ਤੇ 12 ਨੂੰ 11 ਨੂੰ ਨੋਟੀਫਿਕੇਸ਼ਨ ਕਰਦੀ ਹੈ। ਜਦੋਂ ਵਾਅਦਾ ਲੰਘ ਗਿਆ, ਵਾਅਦਾ ਖਿਲਾਫੀ ਹੋ ਗਈ, ਫਿਰ ਇਹਦੇ ਤੋਂ ਬਾਅਦ ਉਸ ਵੇਲੇ ਸੋਚ ਲੈਣਾ ਚਾਹੀਦਾ ਹੈ। ਉਸ ਵੇਲੇ ਮੈਂ ਖੁਦ, ਮੇਰਾ ਸਵਾਲ ਸੀ ਇਹ ਕਿ CM ਸਾਹਿਬ ਤੁਸੀਂ ਇਹ ਦੱਸੋ ਕਿ 5 ਨਵੰਬਰ ਤੁਸੀਂ ਕਹਿ ਰਹੇ ਹੋ, 5 ਨਵੰਬਰ ਨੂੰ ਮਿਲਾਂ ਜਿਹੜੀਆਂ ਇਹ ਸ਼ੁਰੂ ਹੋ ਜਾਣਗੀਆਂ, ਤੇ CM ਸਾਹਿਬ ਦਾ ਇਹ ਆਪ ਉਹਨਾਂ ਦਾ ਐਗਰੈਸ਼ਨ ਦੇ ਵਿੱਚ ਜਵਾਬ ਸੀ 5 ਨਵੰਬਰ ਮਤਲਬ 5 ਨਵੰਬਰ। ਹੁਣ 5 ਨਵੰਬਰ ਤੋਂ ਪਹਿਲਾਂ ਨੋਟੀਫਿਕੇਸ਼ਨ ਨਹੀਂ ਜਾਰੀ ਹੁੰਦਾ,
ਤੇਰੇ ਵਾਅਦਾ ਖਿਲਾਫੀ ਦਾ ਜਿਹੜਾ ਅਸੀਂ ਰੋਣਾ, ਅਸੀਂ ਜਿਹੜਾ ਆਪਣੀਆਂ ਮਜਬੂਰੀਆਂ ਕਿਹਨੂੰ ਦਸੀਏ। ਹੁਣ ਜੇਕਰ ਸਰਕਾਰ ਮੁੱਕਰਦੀ ਹੈ ਤੇ ਸਾਨੂੰ ਦੱਸੋ, ਸਾਨੂੰ ਧਰਨਾ ਪ੍ਰਦਰਸ਼ਨ ਤੋਂ ਸਿਵਾਏ ਹੋਰ ਢੰਗ ਤਰੀਕਾ ਹੈ ਕੀ? ਜੇ ਦੂਸਰੀਆਂ ਜਥੇਬੰਦੀਆਂ ਸਰਕਾਰ ਦੇ ਪੱਖ ਵਿੱਚ ਜਾ ਕੇ ਖੜੀਆਂ ਹੋ ਜਾਂਦੀਆਂ ਤੇ ਫਿਰ ਮੈਂ ਤਾਂ ਇਹ ਕਹਿਣਾ ਕਿ ਬਦਕਿਸਮਤੀ ਸਾਡੇ ਇਸ ਪੰਜਾਬ ਦੇ ਕਿਸਾਨਾਂ ਦੀ, ਮਜ਼ਦੂਰਾਂ ਦੀ ਹੈ, ਜਿਨ੍ਹਾਂ ਨੇ ਉਹਨਾਂ ਨੂੰ ਲੀਡਰ ਬਣਾਇਆ, ਜਿਨ੍ਹਾਂ ਨੇ ਆਗੂ ਬਣਾਇਆ, ਉਹਨਾਂ ਨੂੰ ਉਹਨਾਂ ਦੇ ਖਿਲਾਫ ਹੀ ਅਜੇ ਜਿਹੜੀਆਂ ਜਥੇਬੰਦੀਆਂ ਭੁਗਤ ਰਹੀਆਂ। ਵਾਪਸ ਆਣਾ ਸਵਾਲ ਇਹ ਖੜਾ ਹੁੰਦਾ ਕਿ ਤੁਸੀਂ ਕਹਿੰਦੇ ਹੋ ਕਿ ਧਰਨਾ ਲਾਉਣ ਤੋਂ ਇਲਾਵਾ ਤੁਹਾਡੇ ਕੋਲ ਆਪਸ਼ਨ ਕੀ ਹੈ, ਪਰ ਧਰਨਾ ਲਾਉਣ ਦੀ ਥਾਂ ਜਿਹੜੀ ਹੈ, ਜਗ੍ਹਾ ਜਿਹੜੀ ਹੈ, ਉਹ ਤਾਂ ਤੁਹਾਡੇ ਕੋਲ ਆਪਸ਼ਨ ਹੈਗਾ। ਉਹ ਥਾਂ ਤਾਂ ਮੁੱਖ ਮੰਤਰੀ ਦੇ ਕੋਠੀ ਦੇ ਬਾਹਰ ਦੀ ਵੀ ਥਾਂ ਹੋ ਸਕਦੀ ਹੈ। ਉਹ ਤਾਂ 92 ਐਮਐਲਏ ਤੇ ਘਰਾਂ ਦੇ ਬਾਹਰ ਵੀ ਧਰਨੇ ਲਾਏ ਜਾ ਸਕਦੇ ਨੇ। ਜਿਨ੍ਹਾਂ ਨੇ ਤੁਹਾਨੂੰ ਦੁਖੀ ਕੀਤਾ, ਤੁਸੀਂ ਉਹਨਾਂ ਦੇ ਨੱਕ ਦੇ ਵਿੱਚ ਦਮ ਕਰੋ ਨਾ, ਆਮ ਲੋਕਾਂ ਨੂੰ ਪਰੇਸ਼ਾਨ ਕਿਉਂ ਕਰ ਰਹੇ ਹੋ? ਇਹਦਾ ਜਵਾਬ ਮੈਂ ਦੁਬਾਰਾ ਲਾਂਗਾ ਤੁਹਾਡੇ ਤੋਂ। ਮੈਂ ਇੱਕ ਫਟਾਫਟ ਜਵਾਬ ਜਿਹੜਾ ਚਰਨਜੀਤ ਸਿੰਘ ਬਰਾੜ ਸਾਹਿਬ ਤੋਂ ਵੀ ਲੈ ਲਾਂ। ਬਰਾੜ ਸਾਹਿਬ, ਸਵਾਲ ਇਹ ਖੜਾ ਹੁੰਦਾ ਕਿ ਆਮ ਲੋਕ ਖੱਜਲ ਖੁਆਰ ਹੋ ਰਹੇ ਨੇ, ਤੁਹਾਡੇ ਤੱਕ ਵੀ ਬੜੀਆਂ ਖਬਰਾਂ ਲਗਾਤਾਰ ਇਹ ਪਹੁੰਚਦੀਆਂ ਹੋਣੀਆਂ। ਕਿਸਾਨ ਆਪਣੀ ਜਗ੍ਹਾ ਠੀਕ ਹੈ, ਮੰਗਾਂ ਉਹਨਾਂ ਦੀਆਂ ਠੀਕ ਨੇ, ਜਾਇਜ਼ ਨੇ, ਪਰ ਉਹ ਕਹਿੰਦੇ ਕਿ ਤਰੀਕਾ ਉਹਨਾਂ ਦਾ ਠੀਕ ਨਹੀਂ ਹੈ। ਹਰ ਆਮ ਖਾਸ ਨੂੰ ਜਿਹੜਾ ਉਹ ਤੰਗ ਪਰੇਸ਼ਾਨ ਕੀਤਾ ਜਾਂਦਾ। ਉਧਰ ਮੁੱਖ ਮੰਤਰੀ ਵੀ ਹੁਣ ਸਿੱਧੇ ਹੋ ਗਏ, ਜਾਪਦੇ ਨੇ, ਕਹਿੰਦੇ ਨੇ ਕਿ ਸੜਕਾਂ ਤੇ ਬੈਠਣਾ ਤਾਂ ਰਿਵਾਜ ਜਿਹਾ ਬਣ ਗਿਆ। ਉਹ ਮੁੱਖ ਮੰਤਰੀ ਸਾਹਿਬ ਜਿਹੜੇ ਕਹਿੰਦੇ ਸੀ ਕਿ ਸੜਕਾਂ ਤੇ ਕਿਸੇ ਨੂੰ ਬੈਠਣ ਅਸੀਂ ਦਿਆਂਗੇ ਨਹੀਂ। ਇਹਦਾ ਮਤਲਬ ਕਿ ਸਰਕਾਰ ਵੀ ਝੁਕਣ ਦੇ ਰੌਹ ਦੇ ਵਿੱਚ ਹੈ ਨਹੀਂ ਤੇ ਖੱਜਲ ਖੁਆਰੀ ਆਮ ਲੋਕਾਂ ਦੀ ਹੁੰਦੀ ਰਹੇਗੀ। ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਨਿੰਦਾ ਕਰਦਾ ਮੁੱਖ ਮੰਤਰੀ ਸਾਹਿਬ ਦੇ ਬਿਆਨ ਦੀ, ਜਿਸ ਕਿਸਮ ਦੇ ਤਲਖੀ ਭਰੇ ਸ਼ਬਦ ਉਹਨਾਂ ਨੇ ਵਰਤੇ ਹੈ। ਔਰ ਮੈਂ ਇਸ ਗੱਲ ਲਈ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਇਹ ਬਿਆਨ ਆਪਦੇ ਵਾਪਸ ਲਓ। ਇਹ ਕਿਸਾਨਾਂ ਦੀ ਤੋਹੀਨ ਕਰਨ ਵਾਲੇ ਬਿਆਨ ਹੈ, ਇੱਕ ਗੱਲ। ਦੂਜੀ ਗੱਲ, ਮੈਂ ਕਿਸਾਨ ਵੀਰਾਂ ਨੂੰ ਵੀ ਬੇਨਤੀ ਕਰੂੰਗਾ ਕਿ ਉਹਨਾਂ ਨੇ ਸੱਦਾ ਦੇਤਾ ਹੈ ਨਾ, 92 ਦੇ 92 ਐਮਐਲਏ ਦੇ ਘਰ ਘੇਰ ਲਓ, ਮੁੱਖ ਮੰਤਰੀ ਦਾ ਘਰ ਘੇਰ ਲਓ, ਮੰਤਰੀਆਂ ਦੇ ਘਰ ਘੇਰ ਲਓ, ਡੀਸੀਆਂ ਨੂੰ ਬਾਹਰ ਨਿਕਲਣਾ ਬੰਦ ਕਰ ਦਿਓ। ਆਪਾਂ ਆਮ ਪਬਲਿਕ ਨੂੰ ਨਾਲ ਲਓ, ਸਿੰਪਥੀ ਨਾਲ ਲਓ। ਅੱਜ ਵਾਕਈ ਇਹ ਮਾਹੌਲ, ਇਹ ਇੱਕ ਸਰਕਾਰ ਵੀ ਲੱਗ ਗਈ ਹੈ ਔਰ ਵੈਸੇ ਵੀ ਮਾਹੌਲ ਖੜਾ ਹੋਇਆ ਕਿ ਕਿਸੇ ਕਿਸਮ ਦਾ ਤਕਰਾਰ ਨਾ ਹੋਵੇ। ਮੁੱਖ ਮੰਤਰੀ ਖੁਦ ਸੱਦਾ ਦੇ ਕੇ ਗਏ ਆ ਤੇ ਘੇਰਨਾ ਚਾਹੀਦਾ ਉਹਦਾ ਘਰ, ਨਾਲੇ ਬਾਕੀ ਦੇ ਮੰਤਰੀਆਂ ਦਾ, ਨਾਲੇ ਬਾਕੀ ਦੇ ਐਮਐਲਏਆਂ ਦਾ। ਪਰ ਮੁੱਕਦੀ ਗੱਲ ਇਹ ਹੈ ਕਿ ਧਰਨਿਆਂ ਚੋਂ ਨਿਕਲੀ ਹੋਈ ਪਾਰਟੀ ਜਿਹੜੀ ਹੈ ਅੱਜ ਧਰਨਿਆਂ ਤੇ ਉਂਗਲ ਚੁੱਕ ਰਹੀ ਹੈ। ਇਹ ਬੜਾ ਅੱਜ ਅਸਚਰਜ ਜਿਹਾ ਹੋਇਆ ਇਹ ਗੱਲਾਂ ਮੁੱਖ ਮੰਤਰੀ ਸਾਹਿਬ ਦੀਆਂ ਸੁਣ ਕੇ। ਔਰ ਕਿਸਾਨ ਮੰਗਦੇ ਕੀ ਨੇ? ਮੈਂ ਇੱਕ ਗੱਲ ਹਰਪ੍ਰੀਤ ਜੀ, ਤੁਹਾਨੂੰ ਬਾਕੀ ਦੀਆਂ ਮੰਗਾਂ ਤੁਸੀਂ ਬਾਰ-ਬਾਰ ਤੁਸੀਂ ਵੀ ਕਹਿ ਦੇਣੀਆਂ, ਕਿਸਾਨਾਂ ਨੇ ਵੀ ਕਹਿ ਦੇਣੀਆਂ, ਪਰ ਸਰਕਾਰ ਦੀ ਨਲਾਇਕੀ ਮੈਂ ਇੱਕ ਸ਼ੋਅ ਕਰਨੀ ਚਾਹੂੰਗਾ। ਸਾਡੀ ਸਰਕਾਰ ਵੇਲੇ ਅਸੀਂ ਕੋਈ ਸਰਕਾਰੀ ਜ਼ਮੀਨ ਅਕਵਾਇਰ ਕਰਦੇ ਸੀ, ਭਾਵੇਂ ਸੜਕਾਂ ਲਈ ਜਾਂ ਕਿਸੇ ਚੀਜ਼ ਲਈ, ਇੰਨੇ ਪੈਸੇ ਦਿੰਦੇ ਸੀ ਕਿ ਗੁਆਂਢੀ ਪਿੰਡ ਦੇ ਆ ਕੇ ਵੀ ਕਹਿੰਦੇ ਸੀ ਸਾਡੀ ਵੀ ਅਕਵਾਇਰ ਕਰ ਲਓ। ਠੀਕ ਹੈ। ਮੁੱਖ ਮੰਤਰੀ ਸਾਹਿਬ ਕੋਲੇ, ਸੁਖਬੀਰ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ ਸਾਹਿਬ ਕੋਲੇ ਆਮ ਕਰਕੇ ਲੋਕ ਆਉਂਦੇ ਸੀ ਕਿ ਜਿਹੜੀ ਸਾਡੀ ਜ਼ਮੀਨ ਅਕਵਾਇਰ ਕਰਾ ਦਿਓ ਜੀ, ਸਾਡੀ ਇਹ ਜ਼ਮੀਨ ਇੰਨੇ ਕੰਮ ਦੀ ਨਹੀਂ ਹੈ, ਤੇ ਤਾਂ ਕਿ ਪੈਸੇ ਇੰਨੇ ਰੱਜਵੇਂ ਮਿਲਦੇ ਸੀ ਔਰ ਪੈਸੇ ਕੇਂਦਰ ਨੇ ਦੇਣੇ ਹੁੰਦੇ ਸੀ। ਅੱਜ ਵੀ ਜਿਹੜੀਆਂ ਸੜਕਾਂ ਨਿਕਲ ਰਹੀਆਂ, ਪੈਸੇ ਕੇਂਦਰ ਨੇ ਦੇਣੇ ਆ। ਇਹ ਸਰਕਾਰ ਦਾ, ਭਾਵੇਂ ਕਾਂਗਰਸ ਦੀ ਪਿਛਲੀ ਹੋਵੇ ਤੇ ਭਾਵੇਂ ਮੌਜੂਦਾ ਸਰਕਾਰ ਹੋਵੇ, ਕਿੰਨਾ ਵੱਡਾ ਨਕੰਮਾਪਣ ਹੈ ਕਿ ਉਹਨਾਂ ਨੂੰ ਬਣਦੇ ਉਹਨਾਂ ਦੇ ਪੈਸੇ ਨਹੀਂ ਦਵਾਏ ਜਾ ਰਹੇ ਤੇ ਥਾਂ ਥਾਂ ਧਰਨੇ ਲੱਗੇ ਪਏ ਆ। ਇਹਨਾਂ ਗੱਲਾਂ ਨੂੰ ਛੱਡ ਦਿਓ। ਸਾਡੇ ਵੇਲੇ ਮੁੱਖ ਮੰਤਰੀ ਸਾਹਿਬ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ ਕਿ ਜਥੇਦਾਰ ਤੋਤਾ ਸਿੰਘ ਦੀ ਫੈਕਟਰੀ ਹੈ, ਬਾਦਲਾਂ ਦੀ ਫੈਕਟਰੀ ਹੈ, ਬੜਾ ਕੁਝ ਬੋਲਦੇ ਸੀ ਨਾ। ਅੱਜ ਗੁਲਾਬੀ ਸੁੰਡੀ ਵਾਲੀ ਕਿਹੜੀ ਫੈਕਟਰੀ ਤੇ ਪਰਚਾ ਦਰਜ ਕੀਤਾ? ਅੱਜ ਜਾਲੀ ਬੀਜਾਂ ਦਾ ਕਿਹਦੇ ਤੇ ਪਰਚਾ ਦਰਜ ਕੀਤਾ? ਅੱਜ ਜਦੋਂ ਆਪਣੀ ਵਾਰੀ ਆ ਗਈ ਤੇ ਕੋਈ ਹਿਸਾਬ ਹੀ ਨਾ ਮੰਗੋ। ਇਸ ਕਰਕੇ ਮੁੱਖ ਮੰਤਰੀ ਸਾਹਿਬ ਨੇ ਜਿੰਨੀਆਂ ਇਹ ਦਸੇ ਦੀਆਂ ਦਸੇ ਮੰਗਾਂ ਹੈ, ਭਾਵੇਂ ਕਿਸਾਨ ਸ਼ਹੀਦ ਹੋ ਗਿਆ ਨੂੰ ਨੌਕਰੀ ਤੇ ਮੁਆਵਜ਼ਾ ਹੈ, ਭਾਵੇਂ ਗੁਲਾਬੀ ਸੁੰਡੀ ਦਾ ਮੁਆਵਜ਼ਾ, ਭਾਵੇਂ ਝੋਨਾ ਮਰ ਗਿਆ ਉਹਦਾ ਮੁਆਵਜ਼ਾ ਹੈ, ਚਾਈਨਾ ਵਾਇਰਸ ਕਰਕੇ ਮੁਆਵਜ਼ਾ ਹੈ। ਇਹ ਤਾਂ ਕਹਿੰਦੇ ਸੀ ਦਿੱਲੀ ਅਸੀਂ 50,000 ਦਿੰਨੇ ਆ ਤੇ ਇੱਥੇ ਵੀ 50,000। ਸਾਹਿਬ ਇੱਕ ਗੱਲ ਦੱਸੋ, ਤੁਸੀਂ ਤੁਹਾਡੀ ਪਾਰਟੀ ਦੀ ਸਰਕਾਰ ਰਹੀ ਹੈ, ਕਾਰਜਗੁਜ਼ਾਰੀਆਂ ਤੁਹਾਨੂੰ ਪਤਾ ਹੋਣੀਆਂ ਕਿਵੇਂ ਸਿਸਟਮ ਚੱਲਦਾ ਹੈ। ਭਗਵੰਤ ਸਿੰਘ ਮਾਨ ਹੋਰਾਂ ਨੇ ਅੱਜ ਕਿਹਾ ਕਿ ਮੰਗਾਂ ਪ੍ਰਵਾਨ ਹੋ ਗਈਆਂ, ਨੋਟੀਫਿਕੇਸ਼ਨ ਹੋਣ ਨੂੰ ਟਾਈਮ ਲੱਗਦਾ ਹੈ। ਮਤਲਬ 15 ਤੋਂ 20 ਦਿਨ ਹੋ ਗਏ, ਜਿਹੜੀ ਮੀਟਿੰਗ ਹੋਈ ਸੀ ਉਹਦੇ 'ਚ ਸਹਿਮਤੀ ਬਣ ਗਈ ਸੀ, ਪਰ ਹਾਲੇ ਤੱਕ ਨੋਟੀਫਿਕੇਸ਼ਨ ਨਹੀਂ ਜਾਰੀ ਹੋਇਆ। ਕਿ ਵਾਕਈ 15-20 ਦਿਨ ਲੱਗਦੇ ਨੇ ਨੋਟੀਫਿਕੇਸ਼ਨ ਨੂੰ? ਦੇਖੋ, ਮੇਰੀ ਬੇਨਤੀ ਹੈ, ਮਾਫ ਕਰਨਾ, ਬੇਨਤੀ ਹੈ ਕਿ ਗੁਲਾਬੀ ਸੁੰਡੀ ਦਾ ਰੌਲਾ ਕਦੋਂ ਦਾ ਹੈ? ਝੋਨੇ ਦਾ ਜਿਹੜਾ ਜਾਂ ਨਰਮਾ ਬਾਰਿਸ਼ਾਂ ਨਾਲ ਮਰਿਆ ਸੀ, ਕਦੋਂ ਦਾ ਹੈ? ਕਿਹਨੂੰ ਮੁਆਵਜ਼ਾ ਮਿਲਿਆ? ਕਿਸੇ ਇੱਕ ਨੂੰ ਮਿਲਿਆ? ਐਮਐਸਪੀ ਤੇ ਮੂੰਗੀ ਖਰੀਦਣ ਦੀ ਗੱਲ ਕੀਤੀ, ਉਹ ਵੀ ਨਹੀਂ ਕੀਤੀ। ਇਸ ਕਰਕੇ ਮੈਂ ਬੇਨਤੀ ਇਸ ਗੱਲ ਦੀ ਕਰਾਂ, ਵੱਖਰੀ ਗੱਲ ਹੈ ਕਿ ਤੁਹਾਨੂੰ ਵੋਟਾਂ ਵਾਟਾਂ ਮੰਗਣ ਗੁਆਂਢੀ ਸੂਬਿਆਂ 'ਚ ਜਾਣਾ ਪੈਂਦਾ ਹੈ, ਪਰ ਬਾਕੀ ਮਸ਼ੀਨਰੀ ਨੂੰ ਤਾਂ ਚੁਸਤ ਦਰੁਸਤ ਕਰੋ ਨਾ। ਆਪਾਂ ਬਾਕੀ ਮਸ਼ੀਨਰੀ ਨੂੰ ਆਪਾਂ ਸਾਰਿਆਂ ਨੂੰ, ਪੰਜਾਬ ਦੇ ਲੋਕਾਂ ਨੂੰ, ਹੁਣ ਹਿਮਾਚਲ ਤੇ ਹਰਿਆਣੇ ਦੇ ਵਿੱਚ ਜਿਹੜੀਆਂ ਮੱਝਾਂ ਗਾਵਾਂ ਦੀਆਂ ਮੌਤਾਂ ਹੋਈਆਂ ਉਹਨਾਂ ਨੂੰ 35-35,000 ਰੁਪਇਆ ਮਿਲ ਗਿਆ, ਸਾਡੇ ਕੋਈ ਨਿਸ਼ਾਨਦੇਹੀ ਨਹੀਂ। ਰਾਜਪੁਰੇ ਦੇ ਵਿੱਚ ਕਣਕ ਵੀ ਮਰ ਗਈ ਸੀ, ਝੋਨਾ ਵੀ ਮਰ ਗਿਆ ਤੇ ਗਿਰਦਾਵਰੀਆਂ ਹੀ ਹੋਈ ਜਾਂਦੀਆਂ, ਪੈਸਾ ਕਿਤੇ ਨਹੀਂ ਪਹੁੰਚਿਆ। ਪਹਿਲਾਂ ਸੂਰਜਮੁਖੀ ਦਾ ਬੀਜ ਜਾਲੀ ਆ ਗਿਆ। ਇਸ ਕਰਕੇ ਮੇਰੀ ਬੇਨਤੀ ਹੈ, ਠੀਕ ਹੈ,
ਮੁੱਖ ਮੰਤਰੀ ਸਾਹਿਬ ਗੁੱਸੇ ਨਾ ਹੋ, ਤੁਸੀਂ ਪੰਜਾਬ ਦੇ ਮੁਖੀ ਹੋ ਤੇ ਨਾ ਇਹਨਾਂ ਗੱਲਾਂ ਨੂੰ ਬੋਲੋ। ਹਾਂ, ਇੱਕ ਗੱਲ ਨੂੰ ਮੈਂ ਤੁਹਾਡੀ ਨਾਲ ਸਹਿਮਤ ਹਾਂ, ਕਿਸਾਨਾਂ ਨੂੰ ਬੇਨਤੀ ਕਰੂੰਗਾ ਕਿ ਰਾਤੇ ਰਾਤ ਮੰਤਰੀਆਂ ਤੇ ਐਮਐਲਏ ਦੇ ਘਰਾਂ ਨੂੰ ਘੇਰ ਲਓ। ਠੀਕ ਹੈ, ਆਮ ਲੋਕਾਂ ਨੂੰ ਪਰੇਸ਼ਾਨ ਨਾ ਕਰੋ। ਚਲੋ ਮੈਂ ਠੀਕ ਹੈ, 1 ਮਿੰਟ ਆਇਆ। ਕਮਲਜੀਤ ਸਿੰਘ ਸੋਈ ਸਾਡੇ ਨਾਲ ਜੁੜ ਗਏ ਨੇ, ਕੌਮੀ ਬੁਲਾਰ ਨੇ ਪੰਜਾਬ ਬੀਜੇਪੀ ਦੇ, ਉਹਨਾਂ ਤੋਂ ਵੀ ਰਿਐਕਸ਼ਨ ਲੈ ਲੈਣੇ। ਉਸ ਤੋਂ ਬਾਅਦ ਆਮ ਲੋਕਾਂ ਦੀ ਪੈਰਵੀ ਕਰਦੇ ਪ੍ਰਦੀਪ ਸਿੰਘ ਪਲਾਹਾ ਵਪਾਰੀ ਵਰਗ ਦੇ ਨਾਲ ਜੁੜੇ ਹੋਏ ਨੇ, ਆਮ ਲੋਕ ਕੀ ਸੋਚਦੇ ਨੇ ਉਹਨਾਂ ਤੋਂ ਵੀ ਜਾਣਕਾਰੀ ਲਵਾਂਗੇ। ਸੋਈ ਸਾਹਿਬ ਮੈਨੂੰ ਲੱਗਦਾ ਹੈ ਕਿ ਇਤਿਹਾਸ ਨੇ ਇੱਕ ਵਾਰ ਫਿਰ ਤੋਂ ਆਪਣੇ ਆਪ ਨੂੰ ਦੁਹਰਾਇਆ। ਅੱਜ ਕਟਹਿਰੇ ਦੇ ਵਿੱਚ ਸੂਬਾ ਸਰਕਾਰ ਹੈ, ਲਗਭਗ 1 ਸਾਲ ਪਹਿਲਾਂ ਕਟਹਿਰੇ ਦੇ ਵਿੱਚ ਕੇਂਦਰ ਦੀ ਸਰਕਾਰ ਸੀ, ਧਰਨੇ ਲੱਗੇ ਸੀ ਦਿੱਲੀ ਦੇ ਵਿੱਚ, ਅੱਜ ਲੱਗੇ ਨੇ ਪੰਜਾਬ ਦੇ ਵਿੱਚ। ਉਦੋਂ ਦਿੱਲੀ ਦੀ ਸਰਕਾਰ ਦੀ ਸ਼ਬਦਾਵਲੀ ਉਹੀ ਸੀ ਜੋ ਅੱਜ ਭਗਵੰਤ ਸਿੰਘ ਮਾਨ ਹੋਰਾਂ ਦੀ ਸ਼ਬਦਾਵਲੀ ਹੈਗੀ ਹੈ ਕਿ ਇਹ ਕਿਸਾਨ ਤਾਂ ਵਿਹਲੇ ਨੇ, ਇਹ ਕਿਸਾਨ ਤਾਂ ਸੜਕਾਂ ਤੇ ਬੈਠੇ ਨੇ, ਇਹ ਤਾਂ ਰਿਵਾਜ ਜਿਹਾ ਬਣ ਗਿਆ ਕਿ ਸੜਕਾਂ ਤੇ ਆ ਕੇ ਬੈਠ ਜਾਓ। ਬਦਲੇ ਨੇ ਤਾਂ ਸਰਕਾਰਾਂ ਬਦਲੀਆਂ ਨੇ, ਕੁਛ ਨਹੀਂ ਬਦਲਿਆ ਤਾਂ ਕਿਸਾਨਾਂ ਦੇ ਹਾਲਾਤ ਨਹੀਂ ਬਦਲੇ। ਹਰਪ੍ਰੀਤ ਜੀ, ਪਹਿਲੀ ਗੱਲ ਤੇ ਮੈਂ ਤੁਹਾਨੂੰ ਦਰੁਸਤ ਕਰਨਾ ਚਾਹੁੰਦਾ ਕਿ ਦਿੱਲੀ ਦੀ ਸਰਕਾਰ ਦੀ ਜਿਹੜੀ ਸ਼ਬਦਾਵਲੀ ਸੀਗੀ ਉਹ ਨਰਮ ਸੀਗੀ, ਹੰਬਲ ਸੀਗੀ। ਉਹ ਕਿਸਾਨਾਂ ਦੇ ਨਾਲ ਹਿੱਤ ਵਿੱਚ ਬੋਲਦੇ ਸੀਗੇ। ਜਦੋਂ ਵੀ ਮੀਟਿੰਗਾਂ ਕੀਤੀਆਂ, 12 ਮੀਟਿੰਗਾਂ ਕੀਤੀਆਂ, ਦਿੱਲੀ ਦੇ ਬਰੂਹਾਂ ਤੇ ਕਿਸਾਨ ਆ ਕੇ ਬੈਠੇ, ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ। ਅੱਜ ਭਗਵੰਤ ਮਾਨ ਹੁਣਾਂ ਦੀ ਜਿਹੜੀ ਸ਼ਬਦਾਵਲੀ ਹੈ, ਆ ਘਮੰਡ ਭਰੀ ਸ਼ਬਦਾਵਲੀ ਹੈ। ਆ 92 ਐਮਐਲਏ ਦਾ ਇਹਨਾਂ ਨੂੰ ਘਮੰਡ ਆ ਚੁੱਕਾ ਹੈ। ਪਹਿਲਾਂ ਇਹਨਾਂ ਨੇ ਝੂਠ ਦੀ ਬਿਸਾਤ ਵਿਛਾ ਕੇ ਐਡੇ ਵੱਡੇ ਇਹਨਾਂ ਨੇ ਵਾਅਦੇ ਕਰ ਲਏ ਤੇ ਜਦੋਂ ਵਾਅਦੇ ਪੂਰੇ ਨਹੀਂ ਹੋਏ ਤੇ ਉਹ ਹੁਣ ਫਰਸਟ੍ਰੇਸ਼ਨ ਦੇ ਵਿੱਚ ਇਹਨਾਂ ਨੂੰ ਡਰਾਉਣ ਧਮਕਾਉਣ ਦੀ ਜਿਹੜੀ ਇਹਨਾਂ ਦੀ ਸ਼ਬਦਾਵਲੀ ਨਜ਼ਰ ਆ ਰਹੀ ਹੈ। ਮੈਨੂੰ ਭਗਵੰਤ ਮਾਨ ਹੁਣੀ ਸਾਹਿਬ ਤੇ ਮੈਨੂੰ ਤਰਸ ਆਉਂਦਾ ਹੈਗਾ, ਉਹਨਾਂ ਦੇ ਗੁੱਸਾ ਨਹੀਂ ਆਉਂਦਾ ਕਿਉਂਕਿ ਉਹਨਾਂ ਦੇ ਹੱਥ ਵਾਸੀ ਕੱਖ ਨਹੀਂ। ਅੱਜ ਪੰਜਾਬ ਦੀ ਹਾਲਤ ਏਦਾਂ ਦੀ ਹੋ ਗਈ ਹੈ, ਕਹਿੰਦੇ ਹੁੰਦੇ ਨਾ ਪੰਜਾਬੀ ਦੇ ਵਿੱਚ ਸਾਡੇ ਕਹਾਵਤ ਹੁੰਦੀ ਸੀਗੀ, ਜਿਹੜੀ ਜਨਾਨੀ ਦੇ ਖਸਮ ਜ਼ਿਆਦਾ ਹੋਣ ਨਾ ਭੁੱਖੀ ਮਰਦੀ ਹੈ। ਪੰਜਾਬ ਉਦਾਂ ਦਾ ਜਨਾਨੀ ਬਣ ਗਈ ਹੈ। ਅੱਜ ਪੰਜਾਬ ਦੇ ਖਸਮ ਜ਼ਿਆਦਾ ਹੋ ਗਏ ਨੇ। ਆਈ ਮਾਈਂਡ ਮਾਈ ਲੈਂਗੁਏਜ, ਮੈਨੂੰ ਮਾਫੀ ਨਾਲ ਕਹਿਣਾ ਪੈਂਦਾ ਕਿ ਮੁੱਖ ਮੰਤਰੀ ਕੌਣ ਹੈ? ਕੀ ਮੁੱਖ ਮੰਤਰੀ ਭਗਵੰਤ ਮਾਨ ਹੁਣੀ ਹੈਗੇ ਨੇ, ਜਿਨ੍ਹਾਂ ਨੂੰ ਪੰਜਾਬ ਦਾ ਤਰਸ ਸੀਗਾ, ਪੰਜਾਬ ਦਾ ਦਰਦ ਸੀਗਾ। ਅੱਜ ਮੁੱਖ ਮੰਤਰੀ ਜਿਹੜੇ ਨੇ, ਲੋਕਾਂ ਨੂੰ ਲੱਗਦਾ ਕੋਈ ਕਹਿੰਦਾ ਕੇਜਰੀਵਾਲ ਹੈ, ਕੋਈ ਕਹਿੰਦਾ ਜੀ ਆ ਰਾਘਵ ਚੱਡਾ, ਕੋਈ ਕਹਿੰਦਾ ਜੀ ਸੰਜੇ ਸਿੰਘ ਹੈ। ਲੋਕਾਂ ਨੂੰ ਮੁੱਖ ਮੰਤਰੀ ਦਾ ਹੀ ਪੰਜਾਬ ਦੇ ਦਾ ਨਹੀਂ ਪਤਾ ਤੇ ਸ਼ਬਦਾਵਲੀ ਮੁੱਖ ਮੰਤਰੀ ਦੀ ਕੀ ਹੋਣੀ ਸੀ। ਕਿ ਦੂਜੇ ਪਾਸੇ ਚਲੋ ਇੱਕ ਗੱਲ ਦੱਸੋ, ਇੱਕ ਮਿੰਟ ਸੋਈ ਸਾਹਿਬ, ਤੁਸੀਂ ਕਿਸਾਨਾਂ ਦੇ ਧਰਨੇ ਦੇ ਹੱਕ ਦੇ ਵਿੱਚੋਂ, ਜਿਹੜੇ ਧਰਨੇ ਕਿਸਾਨ ਲਾ ਰਹੇ ਨੇ ਉਹਨਾਂ ਦੇ ਹੱਕ ਦੇ ਵਿੱਚੋਂ, ਔਰ ਜਿਸ ਤਰੀਕੇ ਨਾਲ ਲਾ ਰਹੇ ਨੇ, ਦੇਖੋ ਧਰਨਿਆਂ ਦੇ ਹੱਕ 'ਚ ਨਾ ਹੱਕ 'ਚ ਹੋਣਾ ਆ ਇੱਕ ਵੱਡਾ ਸਵਾਲ ਹੈ, ਲੇਕਿਨ ਉਹਨਾਂ ਦੀ ਮੰਗਾਂ ਦੇ ਹੱਕ 'ਚ ਹੈਗੇ ਆ ਕਿਉਂਕਿ ਉਹਨਾਂ ਦੇ ਨਾਲ ਝੂਠ ਬੋਲਿਆ ਗਿਆ, ਵਿਸ਼ਵਾਸਘਾਤ ਕੀਤਾ ਗਿਆ, ਧੋਖਾ ਕੀਤਾ ਗਿਆ ਤੇ ਉਹਨਾਂ ਦੀ ਪਿੱਠ 'ਚ ਖੰਜਰ ਮਾਰਿਆ ਗਿਆ। ਉਹਨਾਂ ਨੂੰ ਕਹਿ ਕੇ ਸਰਕਾਰ ਬਣਾਈ ਗਈ ਸੀ ਕਿ ਅਸੀਂ ਤੁਹਾਨੂੰ 10 ਫਸਲਾਂ ਤੇ ਐਮਐਸਪੀ ਦੇਵਾਂਗੇ, ਕੇਂਦਰ ਸਰਕਾਰ ਦਵੇ ਨਾ ਦਵੇ। ਉਹਨਾਂ ਨੂੰ ਕਿਹਾ ਗਿਆ ਸੀਗਾ ਜਿਹੜਾ ਕਿਸਾਨ ਖੁਦਕੁਸ਼ੀ ਕਰੇਗਾ ਉਹਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਏਗਾ ਤੇ ਨੌਕਰੀ ਦਿੱਤੀ ਜਾਏਗੀ ਸਰਕਾਰੀ। ਉਹਨਾਂ ਨੂੰ ਕਿਹਾ ਗਿਆ ਸੀਗਾ ਕਿ ਅਸੀਂ ਐਮਐਸਪੀ ਤੁਹਾਨੂੰ ਆਪ ਦੇਵਾਂਗੇ, ਕੇਂਦਰ ਦੀ ਸਰਕਾਰ ਦਵੇ ਨਾ ਦਵੇ। ਅੱਜ ਪੰਜਾਬ ਦਾ ਕਿਸਾਨ ਗੁਲਾਬੀ ਸੁੰਡੀ ਦਾ ਮੁਆਵਜ਼ਾ ਹੋਵੇ, ਚਾਹੇ ਜਿਹੜੀ ਡਾਇਰੈਕਟ ਸੋਇੰਗ ਹੈ, ਡਾਇਰੈਕਟ ਸੋਇੰਗ ਦਾ 1500 ਰੁਪਇਆ ਇਹਨਾਂ ਨੇ ਪਰ ਏਕੜ ਦੇਣਾ ਸੀਗਾ। 4.5 ਲੱਖ ਏਕੜ ਦੇ ਹੈਕਟੇਅਰ ਜਿਹੜੀ ਆ ਬਿਜਾਈ ਹੋਈ ਹੈ, ਉਹ ਪੈਸਾ ਕਿੱਥੇ ਗਿਆ ਹਰਪ੍ਰੀਤ ਜੀ? ਠੀਕ ਹੈ ਪੁੱਛੋ ਤੇ ਸਹੀ। ਸੋਈ ਸਾਹਿਬ, ਇੱਕ ਛੋਟਾ ਜਿਹਾ ਸਵਾਲ ਤੁਹਾਡੇ ਤੋਂ ਹੋਰ ਪੁੱਛ ਲੈਣਾ ਫਿਰ ਮੈਂ ਅੱਗੇ ਵਧਦਾ। ਤੁਸੀਂ ਕਹਿ ਰਹੇ ਹੋ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਨੇ, ਕਿਸਾਨ ਤਾਂ ਕੇਂਦਰ ਸਰਕਾਰ ਤੋਂ ਵੀ ਦੁਖੀ ਨੇ, ਤੁਹਾਡੇ ਖਿਲਾਫ ਵੀ ਧਰਨੇ ਦੀ ਤਿਆਰੀ ਚੱਲ ਰਹੀ ਹੈ, ਪ੍ਰਦਰਸ਼ਨ ਦੀ ਤਿਆਰੀ ਚੱਲ ਰਹੀ ਹੈ, ਫਤਿਹ ਰੈਲੀ ਕੱਢੀ ਜਾ ਰਹੀ ਹੈ ਤੁਹਾਡੇ ਖਿਲਾਫ ਵੀ। ਦੇਖੋ ਏਦਾਂ ਹਰਪ੍ਰੀਤ ਜੀ, ਜਦੋਂ ਸਾਡੇ ਖਿਲਾਫ ਕਿਸਾਨ ਆਣਗੇ ਅਸੀਂ ਉਹਨਾਂ ਨੂੰ ਜੋ ਉਹਨਾਂ ਦੀਆਂ ਮੰਗਾਂ ਹੋਣਗੀਆਂ ਵਿਚਾਰ ਕਰਕੇ, ਦੇਖੋ 3 ਜਿਹੜੇ ਕਾਨੂੰਨ ਸੀਗੇ, ਅੱਜ ਮੈਨੂੰ ਯਾਦ ਹੈ ਕਿ 19 ਨਵੰਬਰ ਨੂੰ ਕਾਨੂੰਨ ਵਾਪਸ ਲਏ ਗਏ ਸੀਗੇ। ਅੱਜ ਇੱਕ ਦਿਹਾੜਾ ਪਹਿਲਾਂ 1 ਸਾਲ ਹੋ ਗਿਆ ਇਹਨੂੰ। ਜਦੋਂ ਕਾਨੂੰਨ ਵੀ ਵਾਪਸ ਲਏ ਸੀਗੇ ਉਦੋਂ ਵੀ ਕਿਸਾਨਾਂ ਦੇ ਹਿੱਤ 'ਚ ਵਾਪਸ ਲਏ ਗਏ ਕਿਉਂਕਿ ਕਿਸਾਨਾਂ ਨੂੰ ਅਸੀਂ ਕਿਤੇ ਨਾ ਕਿਤੇ ਸਮਝਾਉਣ 'ਚ ਨਾਕਾਮਯਾਬ ਹੋਏ ਸੀਗੇ। ਅੱਜ ਹਿਸਟਰੀ ਰਿਪੀਟ ਕਰ ਰਹੀ ਹੈ। ਅੱਜ ਕਿਸਾਨਾਂ ਨੂੰ ਫਿਰ ਉਹ ਦੁਰਾਹੇ ਤੇ ਆਣਾ ਪੈ ਗਿਆ ਕਿਉਂਕਿ ਜਿਹੜੀਆਂ ਕਿਸਾਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਸੀਗੀਆਂ ਉਹ ਜਿਹੜੀਆਂ ਠੀਕ ਨਹੀਂ ਹੋਈਆਂ। ਤੇ ਆ ਪੰਜਾਬ ਸਰਕਾਰ ਜਿਹੜੇ ਦੇਖੋ ਆ ਸਰਕਾਰ ਹੀ ਸੀਗੀ, ਇਹਨਾਂ ਨੇ ਕਿਹਾ ਸੀਗਾ ਇਹਨਾਂ ਦਾ ਸਾਰਾ ਮੰਤਰੀ ਸੰਤਰੀ, ਇਹਨਾਂ ਦਾ ਇੱਕ ਮੰਤਰੀ ਲਾਲ ਕਿਲੇ ਦੇ ਉੱਪਰ ਜਦੋਂ ਬੇਅਦਬੀ ਹੋਈ ਹੈ ਉਦੋਂ ਵੀ ਹਾਜ਼ਰ ਸੀਗਾ। ਮੈਂ ਮੰਤਰੀ ਦਾ ਨਾਂ ਲੈਣ ਤੋਂ ਹੀ ਮੈਨੂੰ ਕੋਈ ਗੁਰੇਜ਼ ਨਹੀਂ, ਉੱਥੇ ਜਾ ਕੇ ਉਹਨਾਂ ਦੀ ਫੋਟੋਆਂ ਵੀ ਵਾਇਰਲ ਹੋਈਆਂ ਸੀਗੀਆਂ। ਆ ਸਰਕਾਰ ਨੇ ਉਹ ਅੰਦੋਲਨ ਨੂੰ ਅੱਗ ਲਾਈ ਸੀਗੀ, ਭੜਕਾਇਆ ਸੀ ਤੇ ਅੱਜ ਉਹ ਸਰਕਾਰ ਹੀ ਪਿੱਛੇ ਹਟ ਗਈ। ਕਹਿੰਦੇ ਹੀ ਜਿਹੜੇ ਖੜਾਂਗੇ ਨਾਲ ਤੇਰੇ ਛੱਡ ਕੇ ਮੈਦਾਨ ਭੱਜ ਗਏ। ਅੱਜ ਸਰਕਾਰ ਨਜ਼ਰ ਕਿੱਥੇ ਆ ਰਹੀ ਹੈ? ਅੱਜ ਕਿਸਾਨ ਰੁਲ ਗਿਆ, ਬਰਬਾਦ ਹੋ ਗਿਆ। ਪਿਛਲੇ 7 ਮਹੀਨਿਆਂ 'ਚ ਕਿਸਾਨ ਨੂੰ ਯੂਰੀਆ ਜਿਹੜਾ ਸੀਗਾ ਉਹ ਐਡੇ ਬਲੈਕ ਦੇ ਵਿੱਚ ਮਿਲਿਆ।
ਕਿਸਾਨ ਨੂੰ ਡਾਇਰੈਕਟ ਸੋਇੰਗ ਦਾ ਬੀਜ ਜਿਹੜਾ ਸੀਗਾ 60 ਰੁਪਏ ਕਿਲੋ ਉਹ ਜਾ ਕੇ 400 ਰੁਪਏ ਕਿਲੋ ਮਿਲਿਆ। ਠੀਕ ਹੈ ਚਲੋ ਮੈਂ ਇੱਕ ਮਿੰਟ ਆਣਾ ਤੁਹਾਡੇ ਕੋਲ ਪ੍ਰਦੀਪ ਪਲਾਹਾ ਵੀ ਸਾਡੇ ਨਾਲ ਜੁੜੇ ਹੋਏ ਨੇ, ਆਮ ਲੋਕਾਂ ਦੀ ਪੈਰਵੀ ਕਰ ਰਹੇ ਨੇ, ਕਿਉਂਕਿ ਇਹਨਾਂ ਵੱਲੋਂ ਵੀ ਅੱਜ ਅਲਟੀਮੇਟਮ ਦਿੱਤਾ ਗਿਆ ਪ੍ਰਸ਼ਾਸਨ ਨੂੰ, ਮੁਕੇਰੀਆਂ ਪ੍ਰਸ਼ਾਸਨ ਨੂੰ, ਕਿ ਜੇ ਇਹਨਾਂ ਨੇ ਰਸਤਾ ਨਾ ਖਲਾਇਆ ਤਾਂ ਕੱਲ ਅਸੀਂ ਸੰਘਰਸ਼ ਵਿੱਢਾਂਗੇ। ਪਲਾਹਾ ਸਾਹਿਬ, ਆਮ ਲੋਕ ਨੇ ਜਿਹੜੇ ਕਿਸਾਨ ਭਾਈਚਾਰਾ ਕਹਿੰਦਾ ਕਿ ਸਾਡੇ ਨਾਲ ਖੜੇ ਹੋਏ ਨੇ, ਸਾਡੇ ਅੰਦੋਲਨ ਦੇ ਨਾਲ ਖੜੇ ਹੋਏ ਨੇ, ਕਿਉਂਕਿ ਸਾਡੀਆਂ ਮੰਗਾਂ ਨੇ ਜਿਹੜੀਆਂ ਉਹ ਜਾਇਜ਼ ਮੰਗਾਂ ਨੇ, ਅਸੀਂ ਨਜਾਇਜ਼ ਮੰਗਾਂ ਨਹੀਂ ਕਰ ਰਹੇ। ਫਿਰ ਤੁਸੀਂ ਕਿਉਂ ਕਿਸਾਨਾਂ ਦੇ ਖਿਲਾਫ ਖੜੇ ਹੋਏ ਹੋ? ਦੇਖੋ, ਕਿਸਾਨੀ ਅੰਦੋਲਨ ਦੇ ਵਿੱਚ ਵਪਾਰੀ ਵਰਗ ਕਿਸਾਨਾਂ ਦੇ ਨਾਲ ਖੜਾ ਸੀ ਜੀ, ਪੂਰਾ ਸਹਿਯੋਗ ਕੀਤਾ ਗਿਆ ਉਸ ਵੇਲੇ। ਹਾਂ, ਲੇਕਿਨ ਇੱਕ ਗੱਲ ਦੱਸੋ ਮੈਨੂੰ ਹਾਂ, ਕਿ ਵਾਅਦਾ ਖਿਲਾਫੀ ਕਰਨਗੇ ਸੀਐਮ ਸਾਹਿਬ, ਹਾਂ, ਵਾਅਦਾ ਖਿਲਾਫੀ ਕਰੇਗੀ ਪੰਜਾਬ ਸਰਕਾਰ, ਲੇਕਿਨ ਕਿਆ ਉਹਦਾ ਭੁਗਤਾਨ ਵਪਾਰੀ ਵਰਗ ਕਰੇਗਾ ਜਾਂ ਆਮ ਲੋਕ ਕਰਨਗੇ? ਤੁਸੀਂ ਇਹ ਦੇਖੋ ਕਿ ਇਸ ਧਰਨਿਆਂ ਦੇ ਨਾਲ ਜਿਹੜਾ ਰॉ ਮਟੀਰੀਅਲ ਹੈ ਉਹ ਨਹੀਂ ਪਹੁੰਚ ਰਿਹਾ, ਰॉ ਮਟੀਰੀਅਲ ਨਾ ਪਹੁੰਚਣ ਦੇ ਨਾਲ ਮਜ਼ਦੂਰ ਬੇਕਾਰ ਹੋ ਰਿਹਾ। ਇਸ ਦੇ ਨਾਲ ਦੂਸਰੀ ਗੱਲ ਇਹ ਆਉਂਦੀ, ਆਮ ਲੋਕਾਂ ਨੂੰ ਕਿੰਨੀ ਖੱਜਲ ਖਵਾਰੀ ਹੈ, ਮਹਿਲਾ, ਬੱਚੇ, ਅਸੀਂ ਦੇਖਦੇ ਪਏ ਹਾਂ ਸ਼ਾਮ ਨੂੰ ਬੱਸਾਂ ਚੋਂ ਨਿਕਲ ਕੇ ਪੈਦਲ ਤੁਰੇ ਹੋਏ ਹੈ, ਐਂਬੂਲੈਂਸ ਰੁਕੀਆਂ ਹੋਈਆਂ, ਦਰਜਨਾਂ ਦੇ ਹਿਸਾਬ ਨਾਲ ਐਂਬੂਲੈਂਸ ਰੁਕੀਆਂ ਹੋਈਆਂ ਹਰ ਧਰਨੇ ਵਾਲੀ ਜਗ੍ਹਾ ਦੇ ਉੱਪਰ। ਤੇ ਮੈਂ ਸਿੰਪਲੀ ਗੱਲ ਇਹ ਕਹਿਣੀ ਚਾਹੁੰਦਾ ਕਿ ਵਪਾਰੀ ਵਰਗ ਦੀ ਅੱਜ ਤੱਕ ਉਹਦੇ ਪੱਖ ਦੇ ਵਿੱਚ ਕਦੀ ਕੋਈ ਡਿਬੇਟ ਹੋਈ ਹੈ, ਕਿਸੇ ਨੇ ਗੱਲ ਕੀਤੀ ਹੈ? ਵਪਾਰੀ ਵਰਗ ਜਿਹੜਾ ਹੈਗਾ ਹਰ ਵੇਲੇ ਪਿਸਦਾ ਹੈ, ਚਾਹੇ ਕੋਈ ਬੰਦੀ ਕਾਲ ਆਉਂਦੀ ਹੈ, ਕੋਈ ਧਰਨਾ ਪ੍ਰਦਰਸ਼ਨ ਹੁੰਦਾ ਹੈ। ਅੱਜ ਵਪਾਰੀ ਵਰਗ 3 ਸਾਲ ਹੋ ਗਏ ਕਰੋਨਾ ਕਾਲ ਦੇ ਵਿੱਚ, ਅੱਜ ਤੱਕ ਵਪਾਰੀ ਵਰਗ ਆਪਣੇ ਪੈਰਾਂ ਦੇ ਉੱਪਰ ਨਹੀਂ ਆ ਪਾਇਆ। ਲੇਕਿਨ ਇਹਨਾਂ ਧਰਨਿਆਂ ਦੇ ਨਾਲ ਜਿਹੜਾ ਸਭ ਤੋਂ ਜ਼ਿਆਦਾ ਨੁਕਸਾਨ ਹੈ ਆਮ ਲੋਕਾਂ ਦਾ ਹੁੰਦਾ, ਪਰ ਵਪਾਰੀ ਦਾ ਸਭ ਤੋਂ ਵੱਧ ਨੁਕਸਾਨ ਹੈ। ਲੋਕ ਉਹਦੇ ਤੱਕ, ਦੁਕਾਨਦਾਰ ਤੱਕ ਨਹੀਂ ਪਹੁੰਚ ਪਾਉਂਦੇ, ਦੁਕਾਨਦਾਰ ਸਮਾਨ ਨਹੀਂ ਲੈ ਕੇ ਆ ਪਾਉਂਦਾ। ਅੱਛਾ, ਇਸ ਦੇ ਨਾਲ ਆਮ ਜਨਤਾ, ਸਕੂਲੀ ਬੱਚੇ ਦੇਖੋ, ਸਕੂਲਾਂ ਨੇ ਵੀ 2 ਵਜੇ ਛੁੱਟੀ ਦੇਣੀ ਸ਼ੁਰੂ ਕਰ ਦਿੱਤੀ ਹੈ, ਇਹਦੇ ਬਾਵਜੂਦ ਬੱਚੇ ਘਰ 6 ਵਜੇ ਪਹੁੰਚਦੇ ਪਏ ਹੈ। ਹੁਣ ਕੋਈ ਬੱਚਾ ਪੇਪਰ ਦੇ ਕੇ ਆ ਰਿਹਾ, ਕੋਈ ਮਹਿਲਾ, ਉਹਦੇ ਨਾਲ ਛੋਟੇ ਬੱਚੇ ਹੈ, ਕੋਈ ਲੜਕੀਆਂ ਸਕੂਲ ਕਾਲਜ ਦੀਆਂ, ਉਹ ਘਰ ਕਿਸ ਵੇਲੇ ਪਹੁੰਚ ਰਹੀਆਂ ਇਸ ਵੇਲੇ। ਮੇਰੇ ਕਹਿਣ ਦਾ ਭਾਵ ਇਹ ਆਂਦਾ ਕਿ ਇਹਨਾਂ ਨੂੰ, ਜਿਹੜੇ ਸਾਡੇ ਕਿਸਾਨ ਵੀਰ ਹੈ ਜੀ, ਇਹਨਾਂ ਨੂੰ ਕੋਈ ਦੂਜਾ ਮਾਰਗ ਅਪਣਾਉਣਾ ਚਾਹੀਦਾ। ਪ੍ਰੋਟੈਸਟ ਕਰੋ ਤੁਸੀਂ, ਲੇਕਿਨ ਜਿਸ ਤਰ੍ਹਾਂ ਬਾਕੀ ਮੇਰੇ ਵੀਰਾਂ ਨੇ ਕਿਹਾ ਕਿ ਤੁਸੀਂ ਸਰਕਾਰੀ ਅਮਲੇ ਨੂੰ ਘੇਰੋ, ਪ੍ਰਸ਼ਾਸਨ ਨੂੰ ਘੇਰੋ। ਤੁਹਾਡੀ ਜਿਹੜੀ ਲੜਾਈ ਹੈ ਪ੍ਰਸ਼ਾਸਨ ਦੇ ਨਾਲ ਹੈ, ਤੁਹਾਡੀ ਲੜਾਈ ਸਰਕਾਰ ਦੇ ਨਾਲ ਹੈ। ਵਪਾਰੀ ਵਰਗ ਨੂੰ ਆਪਣੇ ਨਾਲ ਖੜਾ ਕਰੋ। ਲੇਕਿਨ ਜੇ ਤੁਸੀਂ ਬੰਦੀ ਕਾਲ ਦਿੰਦੇ ਹੋ ਜਾਂ ਧਰਨੇ ਲਗਾਉਂਦੇ ਹੋ ਤੇ ਤੁਸੀਂ ਆਮ ਸਮਾਜ ਦਾ ਨੁਕਸਾਨ ਕਰਦੇ ਪਏ ਹੋ, ਆਮ ਲੋਕਾਂ ਦਾ ਨੁਕਸਾਨ ਕਰਦੇ ਪਏ ਹੋ। ਉਹਦੇ ਨਾਲ ਕੀ ਹੈ ਕਿ ਸਾਡੇ ਵਿੱਚ ਗੈਪ ਵੱਜ ਜਾਂਦਾ ਆਪਸ ਦੇ ਵਿੱਚ। ਅਸੀਂ ਲੋਕ ਕਿਸਾਨਾਂ ਦੇ ਨਾਲ ਹੈ, ਲੇਕਿਨ ਜਿਹੜਾ ਉਹਨਾਂ ਦਾ ਤਰੀਕਾ ਹੈ ਉਹ ਤਰੀਕਾ ਗਲਤ ਹੈ। ਠੀਕ ਹੈ, ਚਲੋ ਮੇਰੇ ਇੱਕ ਬਣੇ ਰਹੋ ਰੜਾ ਸਾਹਿਬ ਤੋਂ ਇੱਕ ਥੋੜਾ ਜਵਾਬ ਲਓ। ਰੜਾ ਸਾਹਿਬ ਤੁਹਾਡੇ ਨਾਲ ਬੈਠੇ ਨੇ, ਵਪਾਰੀ ਵਰਗ ਦੇ ਨਾਲ ਬੈਠੇ ਨੇ, ਕਹਿੰਦੇ ਤੁਹਾਡਾ ਸਾਥ ਦੇਣ ਨੂੰ ਤਿਆਰ ਆ, ਪਰ ਜਿਹੜਾ ਤਰੀਕਾ ਤੁਹਾਡਾ ਉਹ ਠੀਕ ਨਹੀਂ ਹੈ, ਨੁਕਸਾਨ ਸਾਡਾ ਹੋ ਰਿਹਾ। ਇਹ ਚਲੋ ਮੈਂ ਇੱਕ ਐਗਜ਼ਾਮਪਲ ਤੁਹਾਡੇ ਸਾਹਮਣੇ ਰੱਖਦਾ। ਤੁਹਾਡੇ ਕਣਕ ਦਾ ਸੀਜ਼ਨ ਚੱਲ ਰਿਹਾ ਹੋਵੇ, ਝੋਨੇ ਦਾ ਸੀਜ਼ਨ ਚੱਲ ਰਿਹਾ ਹੋਵੇ, ਜੇ ਵਪਾਰੀ ਵਰਗ ਆ ਕੇ ਸੜਕਾਂ ਤੇ ਬਹਿ ਜਾ ਕੇ ਤੁਹਾਡੀਆਂ ਟਰਾਲੀਆਂ ਨਹੀਂ ਲੰਘਣ ਦੇਣੀਆਂ, ਫਿਰ ਤੁਸੀਂ ਵਪਾਰੀਆਂ ਦੀਆਂ ਮੰਗਾਂ ਦੇ ਨਾਲ ਖੜੋਗੇ? ਫਿਰ ਤੁਹਾਨੂੰ ਵੀ ਲੱਗੇਗਾ ਨਾ ਕਿ ਤੁਹਾਡਾ ਨੁਕਸਾਨ ਹੋ ਰਿਹਾ। ਦੇਖੋ, ਜਿਸ ਤਰ੍ਹਾਂ ਪਲਾਹਾ ਸਾਹਿਬ ਨੇ ਆਪਣੀ ਗੱਲ ਰੱਖੀ ਹੈ, ਦੇਖੋ ਜਿਸ ਜਗ੍ਹਾ ਤੇ ਮੁਕੇਰੀਆਂ ਦੇ ਉੱਤੇ ਸਾਡੀ ਜਥੇਬੰਦੀ ਵੀ ਉੱਥੇ ਬੈਠੀ ਹੋਈ ਹੈ, ਅਸੀਂ ਇਹਨਾਂ ਦੀ ਬਿਲਕੁਲ ਇਸ ਭਾਵਨਾ ਦੀ ਕਦਰ ਕਰਦੇ ਹਾਂ, ਬਿਲਕੁਲ ਅਸੀਂ ਵਪਾਰੀ ਵਰਗ ਦੇ ਨਾਲ ਹੈ। ਪਰ ਜਿਹੜਾ ਤੁਸੀਂ ਕਿਹਾ ਵੀ ਇਹ ਢੰਗ ਤਰੀਕਾ ਦੂਸਰਾ ਅਪਣਾ ਲਓ, ਇਸ ਵੇਲੇ ਪੰਜਾਬ ਸਰਕਾਰ ਦੇ 92 ਦੇ 92 ਐਮਐਲਏ ਤੇ ਮੁੱਖ ਮੰਤਰੀ ਸਾਹਿਬ ਉਹ ਤਾਂ ਦੂਸਰੀਆਂ ਸਟੇਟਾਂ ਦੇ ਵਿੱਚ ਆਪਣੀ ਸ਼ਕਤੀ ਪ੍ਰਦਰਸ਼ਨ ਵਿੱਚ ਲੱਗੇ ਹੋਏ ਆ। ਕੋਈ ਇਹਨਾਂ ਦਾ ਮੰਤਰੀ ਜਿਹੜਾ ਖੇਤੀਬਾੜੀ ਮੰਤਰੀ ਤਾਂ ਉਧਰ ਪਕੌੜੇ ਕੱਢ ਰਿਹਾ, ਅਸੀਂ ਉਹਨਾਂ ਦੇ ਖਾਲੀ ਘਰਾਂ ਨੂੰ ਘੇਰ ਕੇ ਕਰਾਂਗੇ ਕੀ? ਹੁਣ ਦੂਸਰੀ ਗੱਲ ਇਹ ਹੈ, ਜਲਦੀ ਕੋਈ ਇਹਦੇ ਤੋਂ ਵੀ ਤਿੱਖਾ ਅਸੀਂ ਐਕਸ਼ਨ ਦੇਵਾਂਗੇ, ਜਲਦੀ ਕੋਈ ਹੋਰ ਪ੍ਰੋਟੈਸਟ ਤਿੱਖਾ ਕਰਾਂਗੇ। ਅਸੀਂ ਬਿਲਕੁਲ ਉਹਨਾਂ ਭੈਣਾਂ, ਉਹਨਾਂ ਭਰਾਵਾਂ, ਉਹਨਾਂ ਵਪਾਰੀ ਵਰਗ ਸਭ ਨੂੰ ਬੇਨਤੀ ਕਰਦੇ ਹਾਂ ਕਿ ਸਾਡੀ ਮਜਬੂਰੀ ਹੈ, ਇਸ ਮੁਸ਼ਕਲ ਦੀ ਘੜੀ ਦੇ ਵਿੱਚ ਸਾਡਾ ਸਾਥ ਦਿਓ। ਅਸੀਂ ਤੁਹਾਡੀ ਹਰ ਗੱਲ ਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਹਾਂ, ਕੋਸ਼ਿਸ਼ ਹਰ ਹਾਲ ਹੀਲੇ ਕਰਾਂਗੇ। ਦੇਖੋ, ਐਂਬੂਲੈਂਸ ਸਾਥ ਮੰਗਦੇ ਹੋ, ਤੁਸੀਂ ਲੋਕਾਂ ਤੋਂ ਸਾਥ ਮੰਗਦੇ ਹੋ, ਪਰ ਕਿਸਾਨ ਜਥੇਬੰਦੀਆਂ ਤਾਂ ਤੁਹਾਡੇ ਨਾਲ ਖੜੀਆਂ ਨਹੀਂ। ਕੱਲ ਮੈਂ ਜਦੋਂ ਡਿਬੇਟ ਕੀਤੀ, ਦੂਜੀ ਕਿਸਾਨ ਜਥੇਬੰਦੀ ਸੀ, ਉਹਨੇ ਸ਼ਰੇਆਮ ਕਿਹਾ ਕਿ ਤੁਹਾਡਾ ਤਰੀਕਾ ਗਲਤ ਹੈ, ਤੁਸੀਂ ਆਮ ਲੋਕਾਂ ਨੂੰ ਦੁਖੀ ਕਰ ਰਹੇ ਹੋ, ਅਸੀਂ ਤੁਹਾਡੇ ਨਾਲ ਨਹੀਂ ਖੜੇ ਹੋਏ। ਤੁਸੀਂ ਆਮ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦੇ ਹੋ, ਪਰ ਤੁਹਾਡੀਆਂ ਬਾਕੀ ਕਿਸਾਨ ਜਥੇਬੰਦੀਆਂ ਤਾਂ ਤੁਹਾਡੇ ਨਾਲ ਖੜੀਆਂ ਨਹੀਂ। ਇਹ ਮੇਰਾ ਸਵਾਲ ਹੈ ਜੀ? ਹਾਂਜੀ, ਤੁਹਾਡਾ ਹੀ ਸਵਾਲ ਹੈ ਜੀ। ਜੀ ਦੇਖੋ, ਦੂਸਰੀਆਂ ਜਥੇਬੰਦੀਆਂ ਦੀ ਜੇ ਗੱਲ ਕਰੀਏ, ਦੂਸਰੀਆਂ ਜਥੇਬੰਦੀਆਂ ਦਾ ਚੰਗਾ ਹੋਇਆ ਕਿ ਉਹਨਾਂ ਦਾ ਮਖੌਟਾ ਜਿਹੜਾ ਉਤਰ ਗਿਆ। ਦਿੱਲੀ ਦੇ ਵਿੱਚ ਵੀ ਜਦੋਂ ਸੰਘਰਸ਼ ਚੱਲਦਾ ਹੈ, ਤੁਸੀਂ ਦੇਖਿਆ ਹੋਣਾ, ਐਸਐਸਐਮ ਬਣਾ ਕੇ ਸਾਰੇ ਮੰਗਾਂ ਨੂੰ, ਦੁਨੀਆ ਦਾ ਇੱਕੋ ਇੱਕ ਅੰਦੋਲਨ ਹੋਇਆ ਜੀ, ਇੱਕੋ ਇੱਕ ਅੰਦੋਲਨ ਹੋਇਆ ਜਿਹਦੇ ਪਰਚੇ ਖੜੇ ਦੇ ਖੜੇ ਰਹਿ ਗਏ। ਦੁਨੀਆ ਦਾ ਇੱਕ ਇੱਕ ਅੰਦੋਲਨ ਹੈ ਜਿਹਦੀਆਂ ਬਾਕੀ ਮੰਗਾਂ ਸਾਰੀਆਂ ਛੱਡ ਕੇ ਉੱਥੇ ਦੀਆਂ ਜਥੇਬੰਦੀਆਂ ਜਿਹੜੀਆਂ ਸੀਗੀਆਂ ਬਹੁ ਗਿਣਤੀ ਦੇ ਵਿੱਚ ਸੰਯੁਕਤ ਸਮਾਜ ਮੋਰਚਾ ਬਣਾਉਣ ਤੇ ਐਮਐਲਏ ਤੇ ਐਮਪੀ ਬਣਨ ਵਾਸਤੇ ਉੱਥੋਂ ਦੌੜੀਆਂ। ਅੱਜ ਉਹੀ ਲੋਕ ਸਰਕਾਰ ਦੇ ਨਾਲ ਸਾਂਝੀ ਜਿਹੜੀ ਇਹ ਗੇਮ ਇੱਥੇ ਖੇਡ ਰਹੇ ਆ।
ਜੇ ਉਹ ਸਾਡੇ ਨਾਲ ਖੜੀਆਂ ਹੁੰਦੀਆਂ ਤੇ ਇਸ ਵੇਲੇ ਕਿਸਾਨੀ ਦੀ ਹਾਲਤ ਇਹ ਨਾ ਹੁੰਦੀ। ਕੀ ਉਹਨਾਂ ਦਾ ਉਹ ਕਿਸਾਨੀ ਦੇ ਲੀਡਰ ਨਹੀਂ ਹੈ? ਕੀ ਆ ਜਿਹੜਾ 41 ਮੰਗਾਂ ਦਾ ਮੰਗ ਪੱਤਰ, ਉਹਨਾਂ ਦਾ 66 ਮੰਗਾਂ ਦਾ ਮੰਗ ਪੱਤਰ ਸੀ। ਕੀ ਕੋ ਮੇਰਾ ਵੀਰ ਡਿਬੇਟ 'ਚ ਆ ਕੇ ਉਹ ਦੱਸ ਸਕਦਾ ਕਿ ਕੀ ਉਹਨਾਂ ਦੀਆਂ 66 ਮੰਗਾਂ ਜਿਹੜੀਆਂ ਉਹ ਮੰਨੀਆਂ ਗਈਆਂ ਸਰਕਾਰ ਵੱਲੋਂ? ਜੇਕਰ ਮੰਗਾਂ ਨਹੀਂ ਮੰਨ ਹੋਈਆਂ ਤਾਂ ਫਿਰ ਲੋਕਾਂ ਦੇ ਕੋਲ, ਲੋਕਾਂ ਦੇ ਸਾਹਮਣੇ ਟੀਵੀ ਡਿਬੇਟਸ ਦੇ ਵਿੱਚ ਆ ਕੇ ਦੋਹਰੇ ਮਖੌਟੇ ਲਾ ਕੇ ਸਰਕਾਰ ਦੇ ਨੁਮਾਇੰਦੇ ਬਣ ਕੇ ਗੱਲਾਂ ਕਰਨ ਵਾਲੇ ਲੋਕ ਕਿਸਾਨ ਪੱਖੀ ਨਹੀਂ ਹੋ ਸਕਦੇ। ਜਿਹੜੇ ਨੋਟੀਫਿਕੇਸ਼ਨ ਦੀ ਤੁਸੀਂ ਗੱਲ ਕਰਦੇ ਹੋ, ਜਿਹੜੇ ਭਗਵੰਤ ਮਾਨ ਸਾਹਿਬ ਨੇ ਕਿਹਾ ਕਿ ਸਾਨੂੰ ਮਹਾਰਾ ਨੇ ਦੱਸਿਆ ਸੀ। ਮੈਨੂੰ ਇੱਕ ਗੱਲ ਦੱਸੋ ਰਾਣਾ ਸਾਹਿਬ, ਮੈਂ ਸਭ ਤੋਂ ਵੱਧ ਕਵਰੇਜ ਕੀਤੀ ਹੈ ਤੁਹਾਡੀ ਜਦੋਂ ਤੁਸੀਂ ਕੇਂਦਰ ਸਰਕਾਰ ਦੇ ਖਿਲਾਫ ਉੱਤੇ ਧਰਨਾ ਲਾਇਆ ਪਿਆ ਸੀਗਾ। ਉਦੋਂ ਤੁਸੀਂ ਇਹ ਡਿਮਾਂਡ ਕੀਤੀ ਸੀ ਕਿ ਜਦ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਤਦ ਤੱਕ ਅਸੀਂ ਧਰਨਾ ਨਹੀਂ ਚੁੱਕਣਾ। ਤੁਸੀਂ ਮੋਹਾਲੀ ਦੇ ਵਿੱਚ ਧਰਨਾ ਲਾਇਆ, ਮੁੱਖ ਮੰਤਰੀ ਨੇ ਮੀਟਿੰਗ ਕੀਤੀ, ਤੁਹਾਡੇ ਨਾਲ ਮੰਗਾਂ ਤੇ ਸਹਿਮਤੀ ਬਣੀ, ਤੁਸੀਂ ਰਾਤੋਂ ਰਾਤ ਧਰਨਾ ਚੁੱਕ ਕੇ ਘਰ ਚਲੇ ਗਏ। ਤੁਸੀਂ ਉਦੋਂ ਕਿਉਂ ਨਹੀਂ ਕਿਹਾ ਕਿ ਨੋਟੀਫਿਕੇਸ਼ਨ ਜਾਰੀ ਕਰੋ ਨਹੀਂ ਤਾਂ ਸਾਡਾ ਧਰਨਾ ਜਾਰੀ ਰਹੇਗਾ? ਇਹ ਤੁਸੀਂ ਫਿਰ ਡਬਲ ਸਟੈਂਡਰਡ ਕਿਉਂ ਰੱਖਦੇ ਹੋ? ਕੇਂਦਰ ਸਰਕਾਰ ਦੇ ਲਈ ਤੁਹਾਡਾ ਸਟੈਂਡਰਡ ਹੋਰ ਹੈ, ਇੱਥੇ ਤੁਸੀਂ ਸਟੈਂਡਰਡ ਦੂਜਾ ਕਿਉਂ ਰੱਖਦੇ ਹੋ? ਤੁਸੀਂ ਬੈਠੇ ਰਹਿੰਦੇ ਜਦ ਤੁਸੀਂ ਧਰਨਾ ਲਾ ਹੀ ਦਿੱਤਾ ਸੀ, ਲੋਕਾਂ ਨੂੰ ਘਰੋਂ ਸੱਦ ਹੀ ਲਿਆ ਸੀ, ਮੋਹਾਲੀ ਬੈਠੇ ਰਹਿੰਦੇ ਜਦ ਤੱਕ ਨੋਟੀਫਿਕੇਸ਼ਨ ਜਾਰੀ ਨਾ ਹੁੰਦਾ। ਜੀ ਦੇਖੋ, ਇਹ ਸਾਰੀਆਂ ਸਰਕਾਰਾਂ ਦੇ ਕੋਲ ਜਦੋਂ ਅਸੀਂ ਕੋਈ ਮੰਗ ਪੱਤਰ ਰੱਖਦੇ ਹਾਂ, ਇੱਕ ਗੱਲ ਤੁਹਾਨੂੰ ਧਿਆਨ 'ਚ ਹੋਣਾ ਕਿ ਸਰਕਾਰ ਦਾ ਸਭ ਤੋਂ ਵੱਡਾ ਰੌਲਾ ਸੀ ਕਿ ਸਾਡੀ ਤਾਂ ਨਵੀਂ ਸਰਕਾਰ ਬਣੀ ਹੈ, ਸਾਡੇ ਕੋਲ ਇਨਕਮ ਸੋਰਸਸ ਜਿਹੜੇ ਹੈ ਉਹ ਇਸ ਵੇਲੇ ਘੱਟ ਹੈ। ਤੁਹਾਡੀਆਂ ਸਾਰੀਆਂ ਮੰਗਾਂ ਨੂੰ ਇਮੀਡੀਏਟ ਅਸੀਂ ਮੰਨ ਨਹੀਂ ਸਕਦੇ। MSP ਜਿਹੜੀ ਹੈ ਉਹਨਾਂ ਨੇ ਬਾਸਮਤੀ ਤੇ ਐਲਾਨ ਕੀਤਾ, ਮੂੰਗੀ ਤੇ MSP ਦਾ ਐਲਾਨ ਕੀਤਾ, ਬਹੁਤ ਸਾਰੀਆਂ ਜਿਹੜੀਆਂ ਇਹਨਾਂ ਮੰਗਾਂ ਦੇ ਵਿੱਚ ਉਹਨਾਂ ਨੇ ਮੰਨਣ ਦੀ ਜਿਹੜੀ ਗੱਲ ਕੀਤੀ ਸੀ। ਦੇਖੋ, ਇੱਕ ਉਸ ਸਮੇਂ ਨਵੀਂ ਬਣੀ ਸਰਕਾਰ ਨੂੰ ਇੱਕ ਮੰਗ ਉੱਠਦੀ ਸੀ। ਯਾਦ ਹੋਣਾ ਤੁਹਾਡੇ ਇਹੀ ਚੰਡੀਗੜ੍ਹ ਵਾਲੇ ਮੋਹਾਲੀ ਵਾਲੇ ਸਟੂਡੀਓ ਦੇ ਵਿੱਚ ਮੈਂ ਆਇਆ ਸੀ ਤੇ ਉਸ ਦਿਨ ਨਵੀਂ ਸਰਕਾਰ ਬਣੀ ਸੀ। ਤੁਹਾਡਾ ਸਵਾਲ ਸੀ ਇਹ ਕਿ ਤੁਸੀਂ ਨਵੀਂ ਬਣੀ ਸਰਕਾਰ ਨੂੰ ਹੁਣੇ ਤੁਸੀਂ ਘੇਰਨਾ ਸ਼ੁਰੂ ਕਰ ਦਿੱਤਾ। ਇਹ ਕਾਰਨ ਸੀ ਕਿ ਅਸੀਂ ਇਹਨਾਂ ਨੂੰ ਸਮਾਂ ਦਿੱਤਾ। 3 ਵਾਰ ਮੀਟਿੰਗ ਜਿਹੜੀ ਸੀ, ਲੋਕਾਂ ਦੀ ਆਵਾਜ਼ ਸੀ ਇਹ ਕਿ ਨਵੀਂ ਬਣੀ ਸਰਕਾਰ ਨੂੰ ਤੁਸੀਂ ਸਮਾਂ ਦਿਓ, ਅਸੀਂ ਸਮਾਂ ਦਿੱਤਾ। ਪਰ ਜਦੋਂ ਪਾਣੀ ਸਿਰ ਤੋਂ ਟੱਪ ਗਿਆ, ਜਦੋਂ ਝੋਨੇ ਦੀ ਜਿਹੜੀ ਫਸਲ ਹੈ, ਕਣਕ ਦੀ ਫਸਲ ਮਰੀ, ਗੰਨੇ ਦੀ ਫਸਲ ਮਰੀ, ਨਰਮੇ ਦੀ ਫਸਲ ਮਰੀ, ਫਿਰ ਹੜ੍ਹਾਂ ਨਾਲ ਮਾਰ ਪਈ, ਫਿਰ ਚਾਈਨਾ ਵਾਇਰਸ ਦੇ ਨਾਲ ਮਾਰ ਪਈ, ਦੁਧਾਰੂ ਪਸ਼ੂਆਂ ਨੂੰ ਲੰਪੀ ਸਕਿਨ ਦੀ ਮਾਰ ਪਈ। ਕਿਸਾਨ ਤਾਂ ਇਸ ਵੇਲੇ ਦੁਆਬੇ 'ਚ ਖੁਦਕੁਸ਼ੀ ਕੋਈ ਨਹੀਂ ਕਰਦਾ। ਮੈਨੂੰ ਯਾਦ ਹੈ, ਮੈਂ ਦੁਆਬੇ ਨੂੰ ਰਿਪਰੈਜ਼ੈਂਟ ਕਰਦਾ, ਪਰ ਜਦੋਂ ਦੁਆਬੇ ਦੀਆਂ ਕਈ ਸਾਰੀਆਂ ਥਾਵਾਂ ਤੇ ਸਾਨੂੰ ਐਂ ਲੱਗਦਾ ਕਿ ਖੁਦਕੁਸ਼ੀਆਂ ਦਾ ਦੌਰ ਇੱਥੇ ਵੀ ਚੱਲ ਸਕਦਾ। ਤੇ ਜਦੋਂ ਮੈਂ ਭਗਵੰਤ ਮਾਨ ਜੀ ਨੂੰ ਕਿਹਾ ਸੀ ਵੀ ਮਾਨ ਸਾਹਿਬ ਦੇਖਿਓ ਕਿਤੇ ਇਸ ਤਰ੍ਹਾਂ ਦੇ ਹਾਲਾਤ ਨਾ ਹੋਣ ਕਿ ਤੁਹਾਨੂੰ ਸਮਾਂ ਦਿੰਦੇ ਅਸੀਂ ਆਪਣੇ ਭਰਾਵਾਂ ਨੂੰ ਜਿਨ੍ਹਾਂ ਦੇ ਕਰਕੇ ਅਸੀਂ ਤੁਹਾਡੇ ਸਾਹਮਣੇ ਬੈਠੇ ਆ ਉਹਨਾਂ ਨੂੰ ਖੁਦਕੁਸ਼ੀ ਦਾ ਰਾਹ ਜਿਹੜਾ ਹੈ ਉਹ ਅਪਣਾਉਣ ਲਈ ਮਜਬੂਰ ਹੋਣਾ ਪਵੇ, ਰੱਸੇ ਜਿਹੜੇ ਗਲ 'ਚ ਉਹ ਪਾਉਣੇ ਪੈਣ। ਤੇ ਭਗਵੰਤ ਮਾਨ ਸਾਹਿਬ ਨੇ ਆਪਣੇ ਕੰਨਾਂ ਤੇ ਹੱਥ ਰੱਖੇ ਸੀ, ਇਹ ਹੋਣ ਨਹੀਂ ਦੇਵਾਂਗੇ। ਪਰ ਅੱਜ ਉਹ ਸਾਨੂੰ ਚੋਰ ਦੱਸ ਰਿਹਾ, ਅੱਜ ਹੀ ਇਸ ਦੇਸ਼ ਦਾ ਮੁੱਖ ਮੰਤਰੀ ਸਾਨੂੰ ਇਹ ਕਹਿ ਰਿਹਾ ਕਿ ਇਹ ਲੋਕ ਪੈਸੇ ਇਕੱਠੇ ਕਰਨ ਵਾਸਤੇ ਇਹ ਬੈਠੇ ਆ। ਇਹ ਬਿਆਨ ਕਿੱਡਾ ਹਾਸੋਹੀਣਾ ਹੈ। ਚਲੋ ਠੀਕ ਹੈ, ਮੈਂ ਇੱਕ ਮਿੰਟ ਆਇਆ ਸਾਡਾ ਮਨਿੰਦਰ ਮੂੰਗਾ ਵੀ ਅੰਮ੍ਰਿਤਸਰ ਤੋਂ ਜੁੜ ਗਏ ਨੇ। ਇਹਨਾਂ ਦੀ ਹਰ ਮੰਗ ਮਨਵਾ ਕੇ ਰਵਾਂਗੇ। ਠੀਕ ਹੈ, ਅਮਰਜੀਤ ਸਿੰਘ ਰਾਣਾ ਸਾਹਿਬ, ਜਿਵੇਂ ਦੀ ਸ਼ਬਦਾਵਲੀ CM ਸਾਹਿਬ ਦੀ ਹੈ ਜਾਂ ਜਿਵੇਂ ਦਾ ਵਤੀਰਾ ਪੰਜਾਬ ਸਰਕਾਰ ਦਾ ਹੈ, ਉਸ ਹਿਸਾਬ ਦੇ ਨਾਲ ਲੱਗਦਾ ਕਿ ਤੁਹਾਡੀ ਗੱਲ ਜਲਦੀ ਸੁਣਨ ਦੀ ਵਾਲੀ ਜਾਂ ਮੀਟਿੰਗ ਹੋਣ ਦੀ ਵਾਲੀ, ਅਜਿਹੇ ਦੇ ਵਿੱਚ ਫਿਰ ਤੁਹਾਡਾ ਕੀ ਰੁਖ ਰਹਿਣ ਵਾਲਾ, ਤੁਹਾਡੀ ਰਣਨੀਤੀ ਕੀ ਰਹਿਣ ਵਾਲੀ ਹੈ? ਨਹੀਂ ਤਾਂ ਆਮ ਤੌਰ ਤੇ ਅਸੀਂ ਕਹਿੰਦੇ ਸੀਗੇ ਕਿ ਪੰਚਾਇਤ ਮੰਤਰੀ ਜਾਂ ਖੇਤੀਬਾੜੀ ਮੰਤਰੀ ਜਾਂ ਤੁਹਾਡੇ ਹੋਰ ਕੈਬਨਿਟ ਵਜ਼ੀਰ ਨੇ ਉਹ ਤੁਹਾਡੀ ਮੀਟਿੰਗ ਸੱਦ ਲੈਂਦੇ ਸੀ ਵੀ ਚਲੋ ਆਓ ਬੈਠ ਜੰਨੇ ਆ, ਸਿਰ ਜੋੜ ਕੇ ਕੋਈ ਮਸਲਾ ਹੱਲ ਕਰ ਲੈਂਦੇ ਆ। ਪਰ ਅੱਜ ਦੀ ਜਿਹੜੀ ਸ਼ਬਦਾਵਲੀ ਜਾਂ ਬੋਡੀ ਲੈਂਗੁਏਜ ਸੀ, ਉਸ ਤੋਂ ਬਾਅਦ ਥੋੜਾ ਜਿਹਾ ਇਹ ਸਾਫ਼ ਹੋ ਰਿਹਾ ਕਿ ਹੁਣ ਜ਼ਿਆਦਾ ਸੀਰੀਅਸ ਤੁਹਾਨੂੰ ਲਿਆ ਨਹੀਂ ਜਾ ਰਿਹਾ। ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਵਪਾਰੀ ਵਰਗ, ਆਮ ਲੋਕ ਜਿਹੜੇ ਸ਼ਹਿਰੀ ਵਰਗ ਹੈ, ਉਹ ਸਭ ਨੂੰ ਮੈਂ ਬੇਨਤੀ ਕਰਾਂਗਾ ਕਿ ਸਾਡੀ ਮਜਬੂਰੀ ਹੈ ਧਰਨੇ ਤੇ ਬੈਠਣਾ। ਸਾਡੇ ਨਾਲ ਵਾਅਦਾ ਖਿਲਾਫੀ ਹੋਈ ਹੈ, ਸਾਡੇ ਨਾਲ ਜਿਹੜਾ ਇਹਨਾਂ ਨੇ ਸਾਨੂੰ ਮੰਗਾਂ ਮੰਨਣ ਤੋਂ ਬਾਅਦ ਇਹਨਾਂ ਨੇ ਸਾਡੀ ਪਿੱਠ ਦੇ ਵਿੱਚ ਛੁਰਾ ਮਾਰਿਆ। ਔਰ ਸਾਨੂੰ ਐਂ ਲੱਗਦਾ ਹੈ ਕਿ ਜਿਸ ਤਰ੍ਹਾਂ ਦੀ ਅੱਜ ਦੀ ਸ਼ਬਦਾਵਲੀ ਸੀ, ਇਹ ਭਗਵੰਤ ਸਿੰਘ ਮਾਨ ਦੀ ਇੱਕ ਗੱਲ ਹੈ ਕਿ ਤਪੋ ਰਾਜ ਔਰ ਰਾਜੋ ਨਰਕ। ਹਾਲਾਤ ਇਹ ਹੈ ਕਿ ਭਗਵੰਤ ਸਿੰਘ ਮਾਨ ਨੇ ਆਪਣੇ ਵਾਸਤੇ ਆਉਣ ਵਾਲੇ ਸਮੇਂ ਲਈ ਖੱਡਾ ਪੁੱਟਿਆ। 24 ਨੇੜੇ ਹੈ ਤੇ ਉਸ ਤੋਂ ਬਾਅਦ ਬਹੁਤ ਜਲਦੀ ਜਿਹੜਾ ਅਗਲਾ ਇਲੈਕਸ਼ਨ ਵੀ ਆਉਣ ਵਾਲਾ ਹੈ। ਜੇਕਰ ਸਰਕਾਰ ਦਾ ਰਵੱਈਆ ਇਹੀ ਰਿਹਾ ਤੇ ਹੋ ਸਕਦਾ ਹੈ ਕਿ ਕਿਸਾਨਾਂ ਦੇ ਰੋਹ ਆ, ਕਿਸਾਨਾਂ ਦੇ ਜਿਹੜਾ ਵਿਰੋਧ ਆ ਜਿਹੜਾ ਉਹ ਹੋਰ ਤਿੱਖਾ ਜਿਹੜਾ ਸਵਾਰ ਜਿਹੜਾ ਇਹ ਨਿਕਲੇ। ਔਰ ਜਿਹੜੀ ਗੱਲ ਮੈਨੂੰ ਵਪਾਰੀ ਵਰਗ ਨੂੰ ਮੈਂ ਫੇਰ ਬੇਨਤੀ ਕਰਦਾ, ਆਮ ਭੈਣਾਂ ਆਮ ਵੀਰਾਂ ਨੂੰ ਮੈਂ ਬੇਨਤੀ ਕਰਦਾ, ਵੀਰੋ ਅਸੀਂ ਤੁਹਾਡੇ ਸਾਹਮਣੇ ਮੰਗ ਪੱਤਰ ਹੈ, ਜੇ ਇੱਕ ਵੀ ਮੰਗ ਸਰਕਾਰ ਨੇ ਸਾਡੀ ਮੰਨੀ ਹੋਵੇ ਜਾਂ ਤੁਹਾਨੂੰ ਨਜਾਇਜ਼ ਲੱਗਦੀ ਹੋਵੇ ਤੇ ਫਿਰ ਤਾਂ ਅਸੀਂ ਹੋ ਸਕਦਾ ਕਿ ਅਸੀਂ ਨਜਾਇਜ਼ ਸੜਕਾਂ ਤੇ ਬੈਠੇ ਹਾਂ, ਨਹੀਂ ਤਾਂ ਤੁਹਾਡੇ ਸਾਥ ਦੀ ਮੰਗ ਕਰਦੇ ਹਾਂ ਔਰ ਆਸ ਕਰਦੇ ਹਾਂ ਕਿ ਤੁਸੀਂ ਸਾਡਾ ਸਾਥ ਦਿਓਗੇ। ਔਰ ਦੂਸਰੇ ਪਾਸੇ ਜਿਹੜੇ ਸਾਡੇ ਭਰਾ ਜਿਨ੍ਹਾਂ ਨੂੰ ਐਂ ਲੱਗਦਾ ਹੈ ਕਿ ਅਸੀਂ
ਗਲਤ ਕਰ ਰਹੇ ਹੈ। ਅੱਜ ਜਿਹੜੇ ਸਰਕਾਰ ਦੇ ਪੱਖ 'ਚ ਭੁਗਤ ਰਹੇ ਆ, ਜਿਹੜੇ ਆਪਣੇ ਆਪ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਦੱਸਦੇ ਆ, ਮੈਂ ਨਾਂ ਲੈਣਾ ਰੋਲੂ ਸਿੰਘ ਮਾਨਸਾ, ਦਰਸ਼ਨਪਾਲ ਤੇ ਜੰਗਵੀਰ ਸਿੰਘ ਚੌਹਾਨ, ਕੱਲ ਤੁਹਾਡੀ ਇਸੇ ਡਿਬੇਟ ਦੇ ਵਿੱਚ ਹਾਜ਼ਰ ਸੀ। ਮੈਨੂੰ ਐਂ ਲੱਗਦਾ ਹੈ ਕਿ ਉਹਨਾਂ ਦੇ ਦਿਮਾਗ ਦੇ ਵਿੱਚ ਹੱਲੇ ਵੀ ਜਿਹੜਾ SSM ਵਾਲਾ ਕੀੜਾ, ਟਿਕਟਾਂ ਦਾ ਚਾਅ, ਜਿਹੜਾ ਕੇਜਰੀਵਾਲ ਦੇ ਨਾਲ ਗਠਬੰਧਨ ਵਾਲੀ ਗੱਲ ਜਿਹੜੀ ਟੁੱਟੀ ਸੀ, ਉਹ ਹੱਲੇ ਤੱਕ ਚੱਲੀ ਜਾਂਦੀ ਹੈ। ਹੋ ਸਕਦਾ ਕਿ 2024 ਦਾ ਕੋਈ ਨਾ ਕੋਈ ਉਹਨਾਂ ਨੂੰ ਲਾਲਚ ਦਿੱਤਾ ਹੋਵੇ। ਜਿਹੜਾ ਕਿਸਾਨ ਜਥੇਬੰਦੀਆਂ ਦੇ ਆਮ ਵਰਗ ਦੇ ਖਿਲਾਫ ਇਹ ਭੁਗਤ ਰਹੇ ਆ ਤੇ ਲੋਕ ਉਹਨਾਂ ਦੀ ਕੱਲੀ ਗਲਤੀ ਨੂੰ, ਕੱਲੀ ਉਸ ਕਦਮ ਨੂੰ ਦੇਖ ਰਹੇ ਆ। ਔਰ ਭਗਵੰਤ ਸਿੰਘ ਮਾਨ ਜੀ ਉਹਨਾਂ ਨੂੰ ਇਹ ਗੱਲ ਲਈ ਤਿਆਰ ਰਹਿਣਾ ਚਾਹੀਦਾ ਹੈ ਕਿ ਦੇਸ਼ ਦਾ ਕਿਸਾਨ, ਦੇਸ਼ ਦਾ ਵਪਾਰੀ ਵਰਗ, ਦੇਸ਼ ਦਾ ਆਮ ਮਜ਼ਦੂਰ ਜਿਹੜਾ ਉਹ ਕਿਸਾਨ ਦੇ ਨਾਲ ਜੁੜਿਆ ਹੋਇਆ ਹੈ। ਜੇਕਰ ਕਿਸਾਨ ਸੌਖਾ ਹੈ ਤੇ ਫਿਰ ਵਪਾਰੀ ਵੀ ਸੌਖਾ ਹੈ। ਜੇ ਕਿਸਾਨ ਸੌਖਾ ਹੈ, ਮਜ਼ਦੂਰ ਸੌਖਾ ਹੈ। ਰਣਾ ਸਾਹਿਬ ਇੱਕ ਛੋਟਾ ਜਿਹਾ ਸਵਾਲ ਨੂੰ ਫਿਰ ਪਲਾਹਾ ਸਾਹਿਬ ਕੋਲ ਜਾਣਾ ਹੈ। ਭਗਵੰਤ ਸਿੰਘ ਮਾਨ ਹੋਰਾਂ ਨੇ ਜਿਹੜੀ ਅੱਜ ਸਟੇਟਮੈਂਟ ਦਿੱਤੀ ਹੈ, ਉਹ ਤੁਹਾਨੂੰ ਲੱਗਦਾ ਕਿ ਆਮ ਲੋਕਾਂ ਦੇ ਵਿੱਚ ਤਾਂ ਚਰਚਾ ਦੀ ਗੱਲ ਛਿੜੀ ਜਾਏਗੀ ਨਾ ਕਿ ਦੇਖੋ ਜੀ ਇਹ ਤਾਂ ਪੈਸੇ ਇਕੱਠੇ ਕਰਨ ਲਈ ਬੈਠੇ ਹੋਏ ਨੇ, ਆਪਣੀ ਮੰਗਾਂ ਲਈ ਥੋੜੀ ਬੈਠੇ ਆ, ਇਹ ਤਾਂ ਲੋਕਾਂ ਤੋਂ ਪੈਸੇ ਇਕੱਠੇ ਕਰਨ ਲਈ ਬੈਠੇ ਹੋਏ ਆ। ਆਮ ਲੋਕਾਂ ਦੇ ਵਿੱਚ ਤਾਂ ਇੱਕ ਚਰਚਾ ਦਾ ਜ਼ਰੀਆ ਬਣਾ ਦਿੱਤਾ ਉਹਨਾਂ ਨੇ। ਦੇਖੋ ਇਸ ਗੱਲ ਲਈ ਤਾਂ ਸਰਕਾਰ ਹੈ ਜੀ, ਸਰਕਾਰ ਦੇ ਕੋਲ ਸਾਰੇ ਜ਼ਰੀਏ ਨੇ, ਸਾਰੇ ਇਹਨਾਂ ਦੇ ਕੋਲ ਤਾਮਝਾਮ ਸਾਰਾ ਹੈਗਾ ਜੀ। ਉਹ ਸਾਡੀ ਇਨਕੁਆਇਰੀ ਕਰਾ ਲੈਣ, ਕਿੰਨੇ ਸਾਡੇ ਖਾਤਿਆਂ ਦੇ ਵਿੱਚ ਪੈਸੇ ਆ, ਸਾਡੇ ਰਿਸ਼ਤੇਦਾਰਾਂ ਕੋਲ ਕਿੰਨੇ ਆ, ਜਥੇਬੰਦੀਆਂ ਦੇ ਖਾਤਿਆਂ 'ਚ ਕਿੰਨੇ ਆ, ਸਾਰਿਆਂ ਨੂੰ ਉਹ ਜਾਂਚ ਕਰਾ ਸਕਦੇ ਆ। ਤੇ ਨਹੀਂ ਤਾਂ ਫਿਰ ਜਿਹੜੇ ਇਹਨਾਂ ਨੇ ਆਪਣੇ ਸਮੇਂ ਜਿਹੜੇ ਇਹਨਾਂ ਤੇ ਐਲੀਗੇਸ਼ਨ ਲੱਗਦੇ ਰਹੇ ਕਿ ਇਹਨਾਂ ਨੇ ਟਿਕਟਾਂ ਵੇਚੀਆਂ, ਉਹਦਾ ਜਵਾਬ ਦੇ ਦੇਣ ਲੋਕਾਂ ਨੂੰ। ਫਿਰ ਚਲੋ ਪਲਾਹਾ ਸਾਹਿਬ ਕੋਲ ਲੈ ਲੈਣੇ 30 ਸੈਕਿੰਡ। ਪਲਾਹਾ ਸਾਹਿਬ ਹੁਣ ਅੱਗੇ ਦੀ ਰਣਨੀਤੀ ਪਲਾਹਾ ਸਾਹਿਬ ਕੀ ਹੈ ਤੁਹਾਡੀ? ਮੈਂ ਤੁਹਾਡੀ ਸਟੇਟਮੈਂਟ ਸੁਣੀ ਹੈ, ਤੁਸੀਂ ਕੱਲ ਸਵੇਰ ਤੱਕ ਦਾ ਪ੍ਰਸ਼ਾਸਨ ਨੂੰ ਟਾਈਮ ਦਿੱਤਾ। ਪਹਿਲਾਂ ਵੀ ਗੱਲ ਕੀਤੀ ਹੈ ਕਿ ਜਿਹੜਾ ਵਪਾਰੀ ਵਰਗ ਹੈ ਉਹ ਕਿਸਾਨਾਂ ਦੇ ਨਾਲ ਹੈ, ਇਦਾਂ ਦੀ ਕੋਈ ਗੱਲ ਨਹੀਂ ਹੈ। ਲੇਕਿਨ ਮੈਨੂੰ ਇੱਕ ਗੱਲ ਦੱਸੋ ਕਿ ਵਪਾਰੀ ਵਰਗ ਦਾ ਜਿਹੜਾ ਨੁਕਸਾਨ ਹੋ ਰਿਹਾ, ਜਿਹੜੇ ਆਮ ਲੋਕਾਂ ਦਾ ਨੁਕਸਾਨ ਹੋ ਰਿਹਾ, ਉਹਦੀ ਕੀ ਜ਼ਿੰਮੇਵਾਰੀ ਕਿਸਾਨ ਸਾਥੀ ਲੈ ਰਹੇ ਹੈ? ਕਿਸਾਨਾਂ ਨੇ ਇੱਕ ਵਾਰ ਵੀ ਇਸ ਵੇਲੇ, ਜਿੰਨੇ ਮੇਰੇ ਸਾਥੀ ਮੌਜੂਦ ਹੈ, ਵਪਾਰੀ ਵਰਗ ਇਸ ਗੱਲ ਤੋਂ ਕਿੱਦਾਂ ਉੱਭਰ ਪਾਵੇ? ਅੱਜ ਦੇਖੋ ਮੁਕੇਰੀਆਂ ਦੇ ਵਿੱਚ ਕੀ ਹੋਇਆ, ਜਿੰਨੇ ਧਾਰਮਿਕ, ਸਮਾਜਿਕ ਔਰ ਜਿੰਨੇ ਵਪਾਰਿਕ ਸੰਗਠਨ ਹੈ, ਉਹਨਾਂ ਦੇ ਪ੍ਰਤੀਨਿਧੀ ਜਿਹੜੇ ਆ ਰੋਸ ਵਜੋਂ ਰੋਡ ਦੇ ਉੱਪਰ ਆਏ ਹੈ। ਇਹਦਾ ਮਤਲਬ ਹੈ ਕਿ ਤਕਲੀਫ ਹੱਦ ਤੋਂ ਜ਼ਿਆਦਾ ਵੱਧ ਗਈ ਹੈ। ਤੁਸੀਂ ਇਹ ਦੇਖੋ ਕਿ ਇਹਦੇ ਨਾਲ ਹਰ ਵਿਅਕਤੀ, ਹਰ ਮਹਿਲਾ, ਹਰ ਬੱਚਾ ਆਪਣੇ ਆਪ ਨੂੰ ਪਰੇਸ਼ਾਨੀ ਵਿੱਚ ਮਹਿਸੂਸ ਕਰਦਾ ਪਿਆ। ਤੁਸੀਂ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਘਰਾਵ ਕਰ ਲਓ, ਤੁਸੀਂ ਰੋਡ ਰੋਕ ਕੇ ਸਾਰੇ ਹਜ਼ਾਰਾਂ ਲੋਕਾਂ ਨੂੰ, ਲੱਖਾਂ ਲੋਕਾਂ ਨੂੰ ਤੁਸੀਂ ਮੈਨੂੰ ਕਹਿੰਦਾ ਪਰੇਸ਼ਾਨ ਕਰਦੇ ਪਏ ਹੋ। ਉਹ ਤਰੀਕਾ ਗਲਤ ਹੈ। ਤਰੀਕਾ ਦੂਜਾ ਅਖਤਿਆਰ ਕਰ ਲਓ। ਤੁਸੀਂ ਕਹਿ ਰਹੇ ਹੋ ਵਿਧਾਇਕ ਨਹੀਂ ਹੈ ਇੱਥੇ, ਤੁਸੀਂ ਪ੍ਰਸ਼ਾਸਨਿਕ ਅਧਿਕਾਰੀ ਘੇਰ ਲਓ, ਤੁਸੀਂ 10 ਦਿਨ ਠਹਿਰ ਕੇ ਇਸ ਚੀਜ਼ ਨੂੰ ਕਰ ਲਓ। ਲੇਕਿਨ ਹਰ ਵਾਰ ਵਪਾਰੀ ਵਰਗ ਦਾ ਨੁਕਸਾਨ ਹੋਵੇ, ਆਮ ਲੋਕਾਂ ਦਾ ਨੁਕਸਾਨ ਹੋਵੇ, ਉਹਦੇ ਨਾਲ ਕੀ ਹੁੰਦਾ ਕਿ ਲੋਕਾਂ ਦਾ ਸਮਰਥਨ ਘਟਣਾ ਸ਼ੁਰੂ ਹੋ ਜਾਂਦਾ ਹੈ। ਇਸ ਚੀਜ਼ ਨੂੰ ਬੜਾ ਸੰਗਿਆਨ ਲੈਣ ਦੀ ਲੋੜ ਹੈ। ਛੋਟੇ ਦੁਕਾਨਦਾਰ ਬੇਰੋਜ਼ਗਾਰ ਹੋ ਰਹੇ ਹੈ, ਕੋਈ ਸਬਜ਼ੀ ਭਾਜੀ ਵੇਚਦਾ ਹੈ, ਕੋਈ ਛੋਟਾ ਮਜ਼ਦੂਰ ਹੈ। ਜੇ ਸਮਾਨ ਦੀ ਨਿਕਾਸੀ ਨਹੀਂ, ਸਮਾਨ ਨਹੀਂ ਪਹੁੰਚੇਗਾ, ਟਰਾਂਸਪੋਰਟੇਸ਼ਨ ਨਹੀਂ ਹੋਏਗੀ, ਅਗਰ ਇਹਨੂੰ ਰੋਜ਼ਗਾਰ ਨਹੀਂ ਮਿਲੇਗਾ, ਤੁਹਾਨੂੰ ਇਹ ਚੀਜ਼ਾਂ ਵੀ ਸਾਰੀਆਂ ਸੋਚਣ ਦੀ ਲੋੜ ਹੈ। ਚਲੋ ਠੀਕ ਹੈ, ਬਿਲਕੁਲ ਤੁਹਾਡਾ ਤਰਕ ਜਿਹੜਾ, ਤੁਹਾਡਾ ਲੌਜੀਕ ਉਹ ਆਪਣੀ ਜਗ੍ਹਾ ਤੇ ਸਹੀ, ਆਪਣੀ ਜਗ੍ਹਾ ਤੇ ਸਹੀ ਸਟੈਂਡ ਕਰ ਰਹੇ ਹੋ ਤੁਸੀਂ, ਆਪਣੀ ਜਗ੍ਹਾ ਤੇ ਸਹੀ ਗੱਲ ਰੱਖ ਰਹੇ ਹੋ ਕਿ ਇੱਕ ਧਿਰ ਦਾ ਫਾਇਦਾ ਦੂਜੇ ਦਾ ਨੁਕਸਾਨ ਕਿਉਂ, ਸਾਰੀਆਂ ਧਿਰਾਂ ਦਾ ਫਾਇਦਾ ਕਿਉਂ ਨਾ ਹੋਵੇ। ਜੇ ਕਿਸਾਨ ਜਥੇਬੰਦੀਆਂ ਆਪਣਾ ਫਾਇਦਾ ਸੋਚਣ ਦੇ ਲਈ, ਆਪਣਾ ਫਾਇਦਾ ਕਰਾਉਣ ਦੇ ਲਈ ਸੜਕਾਂ ਤੇ ਬੈਠਦੀਆਂ ਨੇ, ਤੇ ਦੂਜੀ ਧਿਰ ਜਿਹਦਾ ਨੁਕਸਾਨ ਹੋ ਰਿਹਾ ਉਹਦੀ ਭਰਪਾਈ ਕੌਣ ਕਰੇਗਾ, ਇਹ ਵੀ ਧਿਆਨ ਦੇ ਵਿੱਚ ਰੱਖਣਾ ਪੈਣਾ ਹੈ। ਪਰ ਦੂਜੇ ਪਾਸੇ ਕਿਸਾਨ ਆਗੂ ਵੀ ਸਾਡੇ ਨਾਲ ਮੌਜੂਦ ਨੇ, ਉਹ ਕਹਿੰਦੇ ਨੇ ਕਿ ਧਰਨਾ ਲਾਈਏ ਕਿੱਥੇ, CM ਇੱਥੇ ਨਹੀਂ, ਕੈਬਨਿਟ ਵਜ਼ੀਰ ਇੱਥੇ ਨਹੀਂ, ਵਿਧਾਇਕ ਇੱਥੇ ਨਹੀਂ, ਧਰਨਾ ਕਿਹਦੇ ਖਿਲਾਫ ਲਾਈਏ ਜਾਂ ਕਿਹਦੇ ਘਰਾਂ ਦੇ ਬਾਹਰ ਲਾਈਏ, ਇਹ ਇੱਕ ਵੱਡਾ ਸਵਾਲ ਜ਼ਰੂਰ ਹੈ। ਪਰ ਸਰਕਾਰ ਦੀ ਜਿਹੜੀ ਸ਼ਬਦਾਵਲੀ ਹੈ ਉਹ ਲੱਗ ਨਹੀਂ ਰਿਹਾ ਕਿ ਛੇਤੀ ਹੁਣ ਮਸਲਾ ਹੱਲ ਹੋਏਗਾ। ਦੇਖਣਾ ਪਏਗਾ ਕਿ ਇਹ ਮਸਲਾ ਕਿੱਧਰ ਵੱਲ ਨੂੰ ਜਾਂਦਾ। ਦੇਸ਼ ਤੋਂ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਨਾਲ। ਧੰਨਵਾਦ।